YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰੈਵਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਹਿੱਸੇਦਾਰ ਬਣੋ। ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ। ਇਹ ਐਸ਼ੀ ਸ਼ੁਰੂ ਹੋਇਆ ਸੀ ਮੇਰੇ ਬਾਬੇ ਤੋਂ 1959 ਦੇ ਵਿੱਚ। ਸੋ ਸਾਡੀ ਫੈਮਿਲੀ ਕਿਹੜੀ ਹੈਗੀ ਕੈਨੇਡਾ ਤੋਂ ਕਾਫੀ ਚਿਰਾਂ ਤੋਂ ਆਈ ਹੈਗੀ ਆ। ਸਾਡੀ ਫੈਮਿਲੀ ਓਰੀਜਨਲੀ ਆਈ ਸੀ 1906 ਦੇ ਵਿੱਚ। ਕੋਈ ਬਿਜ਼ਨਸ ਉਦੋਂ ਤਾਂ ਆਟਾ ਹੁੰਦਾ ਹੀ ਨਹੀਂ ਸੀ, ਹੁੰਦਾ ਨਹੀਂ ਸੀ ਨਾ, ਤਾਂ ਹੀ ਮਿਲ ਸਟਰੀਮ ਆ। ਕਾਫੀ ਲੋਕ ਹੁਣ ਕਹਿੰਦੇ ਹੈਗੇ ਤੇ ਮਿਲ ਸਟਰੀਮ ਨਾ ਤੁਸੀਂ ਕਿੱਦਾਂ ਦਾ ਕੱਢਿਆ। ਹੁਣ ਮੋਸਟ ਰੀਸੈਂਟਲੀ ਅਸੀਂ ਹੀਰੋ ਆਟਾ ਕੱਢਿਆ। ਹੋਰ ਹੀਰੋ ਦੀ ਆਈਟਮ ਹੋਰ ਵੀ ਬਹੁਤ ਆਉਣੀਆਂ ਹੈਗੀਆਂ। ਸੋ ਅਸੀਂ ਵੀ ਆਪਣੇ ਆਪ ਨੂੰ ਕਿੱਦਾਂ ਕਹਿ ਲਓ ਬੰਦੇ ਨੂੰ ਚੇਂਜ ਕਰਨਾ ਪੈਂਦਾ। ਐਵੋਲੂਸ਼ਨ ਚਾਹੀਦੀ ਹੈਗੀ। ਵੀ ਆਲ ਨੀਡ ਟੂ ਇਵੋਲਵ ਕਿਤੇ ਸਾਡੇ ਸੈਲਸ ਚੇਂਜ ਹੁੰਦੇ ਆ ਬਾਡੀ ਦੇ। ਕਿਲੇ ਅਸੀਂ ਭਾਰ ਵਧਣ ਲੱਗ ਪੈਂਦਾ ਸਾਡੇ ਏਜ ਦੇ ਨਾਲ, ਬਾਹਰ ਚੜ੍ਹਨ ਲੱਗ ਪੈਂਦੇ ਆ ਏਜ ਦੇ ਨਾਲ। ਵੀ ਆਰ ਚੇਂਜਿੰਗ। ਅਸੀਂ ਰੋਟੀ ਦੇ ਲਈ ਜੀਂਦੇ ਹਾਂ, ਅਸੀਂ ਰੋਟੀ ਦੇ ਖਾਤਰ ਭੱਜਦੇ ਹਾਂ। ਇਹ ਸਾਰਾ ਖੇਡ ਹੀ ਢਿੱਡ ਭਰਨੇ ਦਾ। ਬਾਕੀ ਤਾਂ ਐਵੇਂ ਫਿਰਦੇ ਨੱਠਦੇ ਹਾਂ, ਬਾਕੀ ਤਾਂ ਐਵੇਂ ਫਿਰਦੇ ਨੱਠਦੇ ਹਾਂ। ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇਸ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ। ਖਾਸ ਮੁਲਾਕਾਤ ਦੇ ਵਿੱਚ ਅਸੀਂ ਖਾਸ ਮਹਿਮਾਨਾਂ ਨੂੰ ਬੁਲਾਉਂਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੇ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਰੋਟੀ ਦੀ, ਕਿ ਅਸੀਂ ਰੋਟੀ ਦੇ ਲਈ ਜਿਉਂਦੇ ਹਾਂ। ਸਹੀ ਗੱਲ ਹੈ, ਅਸੀਂ ਕਮਾਈ ਕਰਦੇ ਹਾਂ ਰੋਟੀ ਦੇ ਲਈ, ਪਰ ਹੁਣ ਦੀ ਸਦੀ ਜੋ ਹੁਣ ਦਾ ਟਾਈਮ ਚੱਲ ਰਿਹਾ ਹੈਗਾ, ਟਾਈਮ ਦੀ ਤਬਦੀਲੀ ਦੇ ਨਾਲ ਸਾਡੀਆਂ ਜੋ ਪ੍ਰਾਇੋਰਟੀਜ਼ ਨੇ ਉਹ ਬਦਲ ਗਈਆਂ ਨੇ। ਰੋਟੀ ਨੂੰ ਤਾਂ ਅਸੀਂ ਆਪਣੀ ਲਾਈਫ ਦੇ ਵਿੱਚੋਂ ਕੱਢਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਆਟਾ ਸਾਡੇ ਲਈ ਚੰਗਾ ਨਹੀਂ ਹੁੰਦਾ। ਹੁਣ ਸਭ ਤੋਂ ਪਹਿਲਾਂ ਸਲੂਟ ਫਾਰਮਰਸ ਨੂੰ, ਜਿਹੜੇ ਸਾਡੇ ਲਈ ਕਣਕ ਬੀਜਦੇ ਨੇ ਤੇ ਇੰਨੀ ਮਿਹਨਤ ਦੇ ਨਾਲ ਉਹ ਸਾਡੇ ਤੱਕ ਪਹੁੰਚਾਉਂਦੇ ਨੇ। ਹੁਣ ਅਸੀਂ ਕਣਕ ਤਾਂ ਨਹੀਂ ਖਾ ਸਕਦੇ ਤੇ ਕਣਕ ਦੇ ਲਈ ਸਾਨੂੰ ਆਟਾ ਬਣਾਉਣਾ ਪੈਂਦਾ। ਆਟਾ ਫਿਰ ਅਸੀਂ ਕਹਿੰਦੇ ਹਾਂ ਕਿ ਸਾਨੂੰ ਤੰਦਰੁਸਤ ਨਹੀਂ ਰੱਖਦਾ, ਫਿੱਟ ਨਹੀਂ ਰੱਖਦਾ, ਸਾਨੂੰ ਇਹਨੂੰ ਨਹੀਂ ਖਾਣਾ ਚਾਹੀਦਾ। ਪਰ ਐਜ਼ ਇੰਡੀਅਨ, ਸਾਊਥ ਇੰਡੀਅਨ ਹੋਣ ਦੇ ਨਾਤੇ ਸਾਨੂੰ ਕਹਿ ਸਕਦੇ ਹਾਂ ਕਿ ਸਾਨੂੰ ਤ੍ਰਿਪਤੀ ਨਹੀਂ ਹੁੰਦੀ, ਸਾਨੂੰ ਰੱਜ ਨਹੀਂ ਆਉਂਦਾ ਰੋਟੀ ਖਾਧੇ ਤੋਂ ਬਿਨਾਂ। ਰੋਟੀ ਤਾਂ ਹੈਵ ਟੂ ਹੋਣੀ ਚਾਹੀਦੀ ਹੈ ਮੀਲ ਦੇ ਵਿੱਚ। ਤੇ ਆਟਾ ਸਾਡੇ ਤੱਕ ਪਹੁੰਚਦਾ ਆ ਤਾਂ ਹੁਣ ਥੈਂਕਸ ਕਰਦੇ ਹਾਂ ਅਸੀਂ ਉਸ ਕੰਪਨੀ ਦਾ ਜਿਹੜੇ ਸਾਡੇ ਤੱਕ ਆਟੇ ਨੂੰ ਵੀ ਵਧੀਆ ਆਟਾ, ਹੈਲਥੀ ਆਟਾ ਪਹੁੰਚਾਉਂਦੇ ਆ। ਕਹਿੰਦੇ ਆਟਾ ਖਾਓ, ਸਿਹਤ ਬਣਾਓ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਆਟੇ ਦੇ ਨਾਲ ਸਿਹਤ ਕਿੱਦਾਂ ਬਣਦੀ ਹੈ? ਜੀ ਬਿਲਕੁਲ ਬਣਦੀ ਹੈ। ਮਲਟੀਗ੍ਰੇਨ ਆਟਾ ਸਾਡੇ ਤੱਕ ਇੱਕ ਕੰਪਨੀ ਪਹੁੰਚਾ ਰਹੀ ਹੈ। ਗਲੂਟਨ ਫ੍ਰੀ ਆਟਾ ਸਾਡੇ ਤੱਕ ਪਹੁੰਚਾ ਰਹੀ ਹੈਗੀ ਆ। ਅਸੀਂ ਆਟੇ ਤੋਂ ਬਿਨਾਂ ਨਹੀਂ ਰਹਿ ਸਕਦੇ। ਸੋ ਤਾਈਓ ਕਰਕੇ ਕਹਿ ਰਹੇ ਆ ਕਿ ਆਟਾ ਖਾਓ, ਪਰ ਖਾਓ ਉਹ ਜਿਹੜਾ ਤੁਹਾਡੀ ਸਿਹਤ ਦੇ ਲਈ ਵਧੀਆ ਹੈਗਾ। ਮੈਂ ਗੱਲ ਕਰ ਰਹੀ ਹਾਂ ਮਿਲ ਸਟਰੀਮ ਆਟਾ ਦੀ। ਸੋ ਅੱਜ ਮਿਲ ਸਟਰੀਮ ਆਟਾ ਦੇ ਜੋ ਪ੍ਰੈਜ਼ੀਡੈਂਟ ਨੇ ਉਹ ਮੇਰੇ ਨਾਲ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਹੋਰ ਜਾਣਕਾਰੀ ਲੈਂਦੇ ਹਾਂ ਇਹਨਾਂ ਦੇ ਪ੍ਰੋਡਕਟਸ ਦੇ ਬਾਰੇ। ਸੋ ਮੇਰੇ ਨਾਲ ਨੇ ਜਗਦੀਸ਼ ਗਿੱਲਨ ਉਰਫ ਜੈਗ ਗਿੱਲਨ। ਲੈਟਸ ਵੈਲਕਮ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹਾਊ ਆਰ ਯੂ? ਗੁੱਡ ਐਂਡ ਯੂ? ਇੰਨਾ ਵਧੀਆ ਇੰਟਰੋਡਕਸ਼ਨ ਮੈਂ ਕਦੀ ਸੁਣਿਆ ਨਹੀਂ। ਮੇਰੇ ਇੰਨੇ ਇੰਟਰਵਿਊਜ਼ ਹੋਏ ਆ, 100 ਦੇ ਵਿੱਚ ਹੋਣਗੇ ਗਿਣਤੀ ਉਹਨਾਂ ਦੀ, ਪਰ ਇੰਨਾ ਵਧੀਆ ਇੰਟਰੋਡਕਸ਼ਨ ਮੈਂ ਕਦੀ ਦੇਖਿਆ ਨਹੀਂ, ਸੁਣਿਆ ਨਹੀਂ ਕਦੀ। ਆਈ ਅਪਲਾਉਡ ਯੂ। ਥੈਂਕ ਯੂ ਸੋ ਮਚ। ਕਿਵੇਂ ਚੱਲ ਰਹੀ ਹੈਗੀ ਲਾਈਫ? ਕਿੱਦਾਂ ਚੱਲ ਰਿਹਾ ਸਾਰਾ ਕੁਝ? ਕਹਿ ਦੋ ਪਹਿਲਾਂ ਸਾਡੀ ਗੱਡੀ ਚੱਲਦੀ ਸੀ 100 ਮਾਈਲ ਤੇ ਆਵਰ ਤੇ, ਹੁਣ ਕਹਿ ਦੋ 200 ਮਾਈਲ ਤੇ ਹੋ ਗਈ ਆ। that ਇਹ ਰੀਸੈਂਟਲੀ ਕਿਹੜੇ ਇਵੈਂਟਸ ਕਿਹੜੇ ਹੋਏ ਆ ਦੁਨੀਆ ਦੇ ਵਿੱਚ, ਕਹਿ ਦੋ ਮੈਨੀ ਚੈਲੰਜਸ ਸਾਨੂੰ ਆਏ ਹੈਗੇ ਆ। ਸਾਡੇ ਪ੍ਰੋਡਕਸ਼ਨ ਵਾਈਜ਼, ਕਸਟਮਰ ਵਾਈਜ਼, ਉਹਦਾ ਡਿਮਾਂਡ ਵਾਈਜ਼, ਫਿਰ ਸਪਲਾਈ ਚੇਨ ਦੀ ਵੀ ਕਾਫੀ ਚੈਲੰਜਸ। ਅਸੀਂ ਗੱਲ ਇਹ 'ਤੇ ਵੀ ਕਰੂੰਗੇ, ਪਰ ਉਹਦਾ ਕੰਮ ਬਹੁਤ ਵਧੀਆ। ਸਿਹਤਾਂ ਸਾਡੀਆਂ ਸਾਰੀਆਂ ਵਧੀਆ, ਅੱਛੀਆਂ ਹੈਗੀਆਂ, ਠੀਕ ਹੈਗੇ। ਫੈਮਿਲੀ ਸਾਰਾ ਪਰਿਵਾਰ ਸਹੀ ਹੈਗਾ। ਹੋਰ ਤੁਸੀਂ, ਤੁਹਾਡੇ ਸਾਰੇ ਪਰਿਵਾਰ? ਐਵਰੀਥਿੰਗ ਇਜ਼ ਗੋਇੰਗ ਗ੍ਰੇਟ। ਤੇ ਹੁਣ ਅਸੀਂ ਮਿਲ ਸਟਰੀਮ ਆਟਾ ਦੀ ਗੱਲ ਤਾਂ ਕਰ ਰਹੇ ਹੈਗੇ ਹਾਂ ਕਿ ਮਿਲ ਸਟਰੀਮ ਆਟਾ ਇੱਦਾਂ ਦੇ ਪ੍ਰੋਡਕਟ ਕੱਢ ਰਿਹਾ ਹੈਗਾ ਆ। ਨਵੀਆਂ ਚੀਜ਼ਾਂ ਆ ਰਹੀਆਂ ਹੈਗੀਆਂ ਮਾਰਕੀਟ ਦੇ ਵਿੱਚ। ਹਿਸਟਰੀ ਤੇ ਜਾਂਦੇ ਹੈਗੇ ਆ ਮਿਲ ਸਟਰੀਮ ਆਟਾ ਦੀ। ਸੋ ਕਦੋਂ ਸਟਾਰਟ ਹੋਇਆ ਸੀ ਮਿਲ ਸਟਰੀਮ ਆਟਾ ਤੇ ਕਿਹਦਾ ਆਈਡੀਆ ਸੀਗਾ ਕਿ ਮਿਲ ਸਟਰੀਮ ਆਟਾ ਹੋਣਾ ਚਾਹੀਦਾ? ਇਹ ਐਸ਼ੀ ਸ਼ੁਰੂ ਹੋਇਆ ਸੀ ਮੇਰੇ ਬਾਬੇ ਤੋਂ 1959 ਦੇ ਵਿੱਚ। ਸੋ ਸਾਡੀ ਫੈਮਿਲੀ ਕਿਹੜੀ ਹੈਗੀ ਕੈਨੇਡਾ ਤੋਂ ਕਾਫੀ ਚਿਰਾਂ ਤੋਂ ਆਈ ਹੈਗੀ ਆ। ਸਾਡੀ ਫੈਮਿਲੀ ਓਰੀਜਨਲੀ ਆਈ ਸੀ 1906 ਦੇ ਵਿੱਚ। ਮੇਰਾ ਬਾਬਾ ਕਿਹੜਾ ਸੀ ਉਹ ਇੱਧਰ ਨੂੰ ਕੈਨੇਡਾ ਨੂੰ ਆ ਕੇ ਨਾ, ਕਿਹੜਾ ਮੇਰਾ ਬਾਬੇ ਦਾ ਬ੍ਰਦਰ ਸੀ ਉਹ ਅਮਰੀਕਾ ਨੂੰ ਚਲ ਗਏ। ਸੋ ਸਾਡੀ ਫੈਮਿਲੀ ਮੋਸਟਲੀ ਜਾਂ ਅਮਰੀਕਾ ਦੇ ਵਿੱਚ ਹੈਗੀ ਹੈ ਜਾਂ ਕੈਨੇਡਾ ਦੇ ਵਿੱਚ ਹੈਗੀ ਆ। ਉਹ ਤੋਂ ਫਿਰ ਸਾਡੇ ਡੈਡੀ ਆਏ, ਫਿਰ ਅਸੀਂ ਸਾਰੇ ਇੱਧਰ ਜੰਮੇ ਪਲੇ ਹੈਗੇ ਆ। ਇਹ ਕਿੱਦਾਂ ਕੰਪਨੀ ਸ਼ੁਰੂ ਹੋਏ, ਬਾਬੇ ਨੂੰ ਮੌਕਾ ਮਿਲਿਆ ਸੀ ਇਨਵੈਸਟਮੈਂਟ ਕਰਨ ਨੂੰ।
ਕੋਈ ਕਿ ਬਿਜ਼ਨਸ ਉਦੋਂ ਵਿੱਚ ਤਾਂ ਆਟਾ ਹੁੰਦਾ ਹੀ ਨਹੀਂ ਸੀ, ਹੁੰਦਾ ਰਾਈਟ? ਨਹੀਂ ਸੀ ਯਾ ਨਾ ਤਾਂ ਹੀ ਮਿਲ ਸਟਰੀਮ ਆ। ਕਾਫੀ ਲੋਕ ਹੁਣ ਕਹਿੰਦੇ ਹੈਗੇ ਆ ਤੇ ਮਿਲ ਸਟਰੀਮ ਨਾ ਤੁਸੀਂ ਕਿੱਦਾਂ ਦਾ ਕੱਢਿਆ। ਇਹ ਮਿਲ ਸਟਰੀਮ ਕਿਹੜੀ ਹੁੰਦੀ ਸੀ, ਕਿਹੜੀ ਚੌਂਪੜੀ ਆ ਹੱਟ, ਉਹ ਪਹਿਲਾਂ ਕਿ ਇੱਥੇ ਮਿਲਾਂ ਹੁੰਦੀਆਂ ਸੀ ਨਾਰਥ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ। ਉਹ ਚੌਂਪੜੀ ਕਿਹੜੀ ਸੀ, ਹੱਟ ਕਿਹੜਾ ਹੁੰਦੀ ਸੀ, ਉਹ ਦਰਿਆ ਦੇ ਉੱਪਰ ਹੁੰਦਾ ਸੀ, ਰਾਈਟ ਨਾ, ਕਿਹੜੀ ਉਹ ਪਾਣੀ ਚੱਲਦਾ ਸੀ, ਉਹ ਤੋਂ ਪਾਣੀ ਚੱਲਣ ਦੇ ਨਾਲ ਉਹ ਫਿਰ ਗੇਅਰ ਚੱਲਦੇ ਸੀ, ਗੇਅਰ ਫਿਰ ਗਾਂ ਚੱਕੀਆਂ ਨੂੰ ਚਲਾਉਂਦਾ ਸੀ। ਸੋ ਓਰੀਜਨਲੀ ਇਹਦੀ ਆਈਡੀਆ ਕਨਸੈਪਟ, ਜੇ ਤੁਸੀਂ ਸਾਡਾ ਲੋਗੋ ਵੀ ਦੇਖੋ ਮਿਲ ਸਟਰੀਮ ਦਾ, ਉਹ ਹੈਗੀ ਹੈ ਹੱਟ ਔਨ ਦਾ ਵੀਲ ਔਨ ਦਾ ਵਾਟਰ, ਰਾਈਟ। ਸੋ ਇਹ ਕਿਹੜਾ ਹੈਗਾ ਸਿੰਬਲ, ਜੇ ਕਿਹੜਾ ਲੋਗੋ ਕਿਹੜਾ ਹੈਗਾ, ਕਿਹੜਾ ਕੈਨੇਡੀਅਨ ਵੈਸਟਰਨ ਗੋਰਿਆਂ ਦੇ ਵਿੱਚ ਵੈਰੀ ਪੋਪੂਲਰ ਹੈਗਾ, ਮਸ਼ਹੂਰ ਹੈਗਾ, ਲੋਕਾਂ ਨੂੰ ਥਾਂ ਥਾਂ ਪਤਾ ਹੈਗਾ। ਪਰ ਸਾਡੀ ਕਮਿਊਨਿਟੀ ਫਿਰ 1970s ਦੇ ਵਿੱਚ 80s ਦੇ ਵਿੱਚ ਕਿਲੇ ਵਧਣ ਲੱਗੀ, ਆਉਣ ਲੱਗ ਪਈ ਇੰਡੀਆ ਤੋਂ ਜ਼ਿਆਦਾ, ਮੋਸਟਲੀ ਲਾਰਜਰ ਪੋਪੂਲੇਸ਼ਨ ਨੰਬਰਸ ਵਧਣ ਲੱਗ ਪਏ। ਫਿਰ ਇਹਦੇ ਪ੍ਰੋਡਕਟਸ ਇਸ ਕਮਿਊਨਿਟੀ ਵਿੱਚ ਇੰਟਰੋਡਕਸ਼ਨ ਵਾਲੀ ਹੋ ਗਈ ਸੀ। ਹੁਣ ਮੋਸਟ ਰੀਸੈਂਟਲੀ ਅਸੀਂ ਹੀਰੋ ਆਟਾ ਕੱਢਿਆ, ਹੋਰ ਹੀਰੋ ਦੀ ਆਈਟਮ ਹੋਰ ਵੀ ਬਹੁਤ ਆਉਣੀਆਂ ਹੈਗੀਆਂ। ਸੋ ਅਸੀਂ ਵੀ ਆਪਣੇ ਆਪ ਨੂੰ ਕਿੱਦਾਂ ਕਹਿ ਲਓ ਬੰਦੇ ਨੂੰ ਚੇਂਜ ਕਰਨਾ ਪੈਂਦਾ, ਐਵੋਲੂਸ਼ਨ ਚਾਹੀਦੀ ਹੈਗੀ ਹੈ। ਵੀ ਆਲ ਨੀਡ ਟੂ ਇਵੋਲਵ, ਕਦੇ ਸਾਡੇ ਸੈਲਸ ਚੇਂਜ ਹੁੰਦੇ ਆ ਬਾਡੀ ਦੇ, ਕਿਲੇ ਅਸੀਂ ਭਾਰ ਵਧਣ ਲੱਗ ਪੈਂਦਾ ਸਾਡੇ ਏਜ ਦੇ ਨਾਲ, ਭਾਰ ਚੜ੍ਹਨ ਲੱਗ ਪੈਂਦੇ ਆ ਏਜ ਦੇ ਨਾਲ, ਵੀ ਆਰ ਚੇਂਜਿੰਗ, ਰਾਈਟ। ਸੋ ਸਾਡੀ ਸੋਚ ਵੀ ਚੇਂਜ ਕਰਨੀ ਪੈਣੀ ਹੈ। ਚੇਂਜ ਇਜ਼ ਅ ਪਾਰਟ ਆਫ ਲਾਈਫ, ਇਟਸ ਪਾਰਟ ਆਫ ਲਾਈਫ, ਚੇਂਜ ਹੁੰਦਾ ਰਹਿੰਦਾ ਹੈਗਾ ਆ। ਪਰ ਹੁਣ ਤੁਹਾਡੇ ਬਾਬਾ ਜੀ ਨੇ ਵਧੀਆ ਸੋਚਿਆ ਕਿ ਆਟੇ ਨੂੰ ਜਿਹੜਾ ਹੈਗਾ ਆ ਉਹ ਸਪਲਾਈ ਕਰਨਾ ਚਾਹੀਦਾ, ਬਿਕੋਜ਼ ਜਦੋਂ ਅਸੀਂ ਪਹਿਲਾਂ ਵਾਲੇ ਜੋ ਬਾਬੇ ਸਾਡੇ ਆਏ ਹੋਏ ਸੀ ਉਹਨਾਂ ਤੋਂ ਗੱਲਾਂ ਸੁਣਦੇ ਹੁੰਦੇ ਆ, ਐਂਡ ਦੇ ਆਰ ਲਾਈਕ ਕਿ ਇੱਕ ਹੀ, ਜੇ ਅਸੀਂ BC ਦੀ ਗੱਲ ਕਰੀਏ ਤਾਂ ਇੱਕ ਹੀ ਸਟੋਰ ਹੁੰਦਾ ਸੀਗਾ। ਸੋ ਓਰੀਜਨਲੀ ਤੁਸੀਂ BC ਦੇ ਵਿੱਚੋਂ ਸਟਾਰਟਿੰਗ ਹੋਈ, ਵਿਕਟੋਰੀਆ ਦੇ ਵਿੱਚੋਂ ਹੋਈ, ਕਿੱਥੋਂ ਸਟਾਰਟ ਹੋਈ? ਵਿਕਟੋਰੀਆ ਤੋਂ ਸ਼ੁਰੂ ਹੋਈ ਸੀ ਪਹਿਲਾਂ। ਵਿਕਟੋਰੀਆ ਸਭ ਤੋਂ ਪਹਿਲਾਂ ਲੋਕ ਜਿਹੜੇ ਸਾਡੇ ਸਾਊਥ ਏਸ਼ੀਆ ਤੋਂ ਆਏ ਹੈਗੇ ਆ, ਇੰਡੀਆ ਤੋਂ, ਪੰਜਾਬ ਤੋਂ ਪਹਿਲਾਂ ਆਏ ਸੀ, ਉਹ ਸ਼ਿਪਾਂ ਦੇ ਆਉਂਦੇ ਹੁੰਦੇ ਸੀ। ਸੋ ਸ਼ਿਪ ਪਹਿਲਾਂ ਜਾਂਦੀ ਸੀ ਆਈ ਬਲੀਵ ਪੰਜਾਬ ਤੋਂ ਕਲਕੱਤੇ ਨੂੰ ਜਾਂਦੀ ਸੀ, ਕਲਕੱਤੇ ਤੋਂ ਫਿਰ ਸ਼ਿਪ ਜਾਂਦੀ ਸੀ ਜਾਪਾਨ ਨੂੰ, ਜਾਪਾਨ ਤੋਂ ਵੀ ਸ਼ਿਪ ਆਉਂਦੀ ਸੀ ਕੈਨੇਡਾ ਨੂੰ, ਐਂਡ ਕਾਮਾਗਾਟਾ ਮਰੂਬੀ ਉਹ ਰਾਊਟ ਤੇ ਗਿਆ, ਰਾਈਟ। ਸੋ ਕਾਮਾਗਾਟਾ ਮਰੂ 1914 ਦੇ ਵਿੱਚ ਆਇਆ ਸੀ। ਸੋ ਇਹ 1914 ਦੀ ਪਹਿਲਾਂ ਦੀ ਗੱਲਾਂ ਮੈਂ ਕਰਦਾ, ਕਿਲੇ ਸ਼ਿਪਾਂ ਦਾ ਹਾਲੇ ਬੰਦੇ ਸਾਡੇ ਆਉਂਦੇ ਸੀ। ਉਹ ਸ਼ਿਪਾਂ ਦੇ ਵਿੱਚ ਸਾਡੀ ਫੈਮਿਲੀ ਆਈ, ਉਹ ਕਿਲੇ ਉਹ ਸ਼ਿਪ ਆਉਂਦਾ ਸੀ ਕੈਨੇਡਾ ਨੂੰ, ਪਹਿਲਾਂ ਪੋਰਟ ਆਫ ਕਾਲ ਹੁੰਦਾ ਸੀ ਵਿਕਟੋਰੀਆ, ਓਕੇ। ਸੋ ਆਪਣੇ ਲੋਕ ਕਿਲੇ ਪਹੁੰਚ ਜਾਂਦੇ ਸੀ, ਲੋਕ ਕੈਨੇਡਾ ਪਹੁੰਚ ਗਏ ਆ, ਉਹ ਵਿਕਟੋਰੀਆ ਉੱਤਰ ਜਾਂਦੇ ਸੀ। ਸੋ ਸਭ ਤੋਂ ਪੁਰਾਣੀ ਕਮਿਊਨਿਟੀ ਸਾਡੀ ਕਿਹੜੀ ਹੈਗੀ ਵਿਕਟੋਰੀਆ, ਬਿਲਕੁਲ ਨਾ, ਹਾਲੇ ਵੀ ਕਹਿ ਲਓ 5th 6th ਜਨਰੇਸ਼ਨ ਦੇ ਪਹੁੰਚ ਕੇ ਹੈਗੇ ਆ। ਸੋ ਸਾਡੀ ਫੈਮਿਲੀ ਨੇ, ਸਾਡੀ ਬਿਜ਼ਨਸ ਉੱਥੋਂ ਸ਼ੁਰੂ ਹੋਈ ਸੀ ਪਹਿਲਾਂ। ਨਾ ਆਈ ਰਿਮੈਂਬਰ ਉਸ ਟਾਈਮ ਤੇ ਸਟੋਰੀਜ਼ ਆ, ਉਸ ਟਾਈਮ ਮੈਂ ਤਾਂ ਆਈ ਵਾਜ਼ਨਟ ਈਵਨ ਅਲਾਈਵ, ਬਟ ਲੋਕ ਉੱਥੇ ਆਪਣੇ ਬੰਦੇ ਆਟਾ ਲੈਣ ਆਉਂਦੇ ਹੁੰਦੇ ਸੀ ਫੈਕਟਰੀ ਦੇ ਵਿੱਚ। ਸਮਟਾਈਮਸ ਉਹ ਆਪ ਹੀ ਕਣਕ ਲੈ ਆਉਂਦੇ ਸੀ ਤਾਂ ਸਾਨੂੰ ਪੀ ਕੇ ਦੇ ਦੇਵੋ। ਸੋ ਇਟਸ ਕਹਿ ਦੋ ਲੌਂਗ ਹਿਸਟਰੀ। ਸੋ ਹੁਣ ਅਸੀਂ ਹੁਣ ਦੀ ਗੱਲ ਕਰੀਏ ਤਾਂ ਹੁਣ ਇਟਸ ਟੋਟਲੀ ਡਿਫਰੈਂਟ ਕੈਨੇਡਾ। ਪਹਿਲਾਂ ਅਸੀਂ ਬਹੁਤ ਥੋੜੇ ਲੋਕ ਆਉਂਦੇ ਹੁੰਦੇ ਸੀਗੇ, ਸੋ ਇੰਡੀਆ ਤੋਂ ਵੀ ਸਮਾਨ ਲੈ ਕੇ ਆਉਂਦੇ ਸੀ। ਈਵਨ ਜੇ ਅਸੀਂ ਦਾਲਾਂ ਦੀ ਗੱਲ ਕਰੀਏ, ਖਾਣ ਪੀਣ ਦੇ ਸਮਾਨ ਦੀ ਗੱਲ ਕਰੀਏ, ਉਹ ਟੈਚੀ ਪੜ ਕੇ ਲੈ ਕੇ ਆਉਂਦੇ ਸੀ ਤੇ ਉਦੋਂ ਸਮਾਨ ਵੀ ਕਾਫੀ ਆ ਜਾਂਦਾ ਹੁੰਦਾ ਸੀ। ਐਂਡ ਨਾਓ ਹੁਣ ਅਸੀਂ 2020 ਦੇ ਵਿੱਚ ਹੈਗੇ ਆ। 2020 ਦੇ ਵਿੱਚ ਬਹੁਤ ਸਾਰੇ ਲੋਕ ਆ ਗਏ ਹੈਗੇ ਆ, ਸਾਡੀ ਕਮਿਊਨਿਟੀ ਲਾਰਜਰ ਦੈਨ ਐਵਰ ਹੋ ਗਈ ਹੈਗੀ ਆ। ਸੋ ਹੁਣ ਆਟੇ ਦੀ ਡਿਮਾਂਡ ਵੀ ਵੱਧ ਗਈ ਹੈਗੀ, ਤੇ ਨਾਲ ਲੋਕ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਵਾਈਜ਼ ਹੋ ਗਿਆ ਕਹਿ ਸਕਦੇ ਆ। ਦੇ ਆਰ ਲਾਈਕ ਕਿ ਅਸੀਂ ਸਲਿਮ ਰਹਿਣਾ ਹੈਗਾ ਆ, ਅਸੀਂ ਵਰਕਆਊਟ ਕਰਨਾ ਹੈਗਾ, ਆਟਾ ਅਸੀਂ ਖਾਣਾ ਨਹੀਂ ਹੈਗਾ। ਬਟ ਤੁਹਾਡੀ ਜੋ ਟੈਗ ਲਾਈਨ ਆ ਉਹ ਕਹਿੰਦੀ ਹੈ ਕਿ ਆਟਾ ਖਾਓ ਤੇ ਸਿਹਤ ਬਣਾਓ, ਰਾਈਟ। ਸੋ ਇਹਦੇ ਲਈ ਤੁਸੀਂ ਹੁਣ ਡਿਫਰੈਂਟ ਪ੍ਰੋਡਕਟ ਲਾਂਚ ਕੀਤੇ ਆ, ਤੇ ਹੁਣ ਤੁਸੀਂ ਹੀਰੋ ਆਟੇ ਦੀ ਗੱਲ ਕੀਤੀ ਸੀ ਕਿ ਹੀਰੋ ਆਟੇ ਨੂੰ ਵੀ ਸਾਲ ਹੋ ਗਿਆ ਲਾਂਚ ਹੋਏ ਨੂੰ, ਪਰ ਉਸ ਤੋਂ ਪਹਿਲਾਂ ਤੁਹਾਡਾ ਮਲਟੀਗ੍ਰੇਨ ਆਟਾ ਵੀ ਆਇਆ ਸੀਗਾ। ਸੋ ਮਲਟੀਗ੍ਰੇਨ ਆਟਾ ਕੀ ਡਿਫਰੈਂਸ ਹੈਗਾ ਆ ਬਾਕੀ ਆਟਿਆਂ ਦੇ ਨਾਲੋਂ? ਸੋ ਮਲਟੀਗ੍ਰੇਨ ਆਟਾ ਕਿਹੜਾ ਹੈਗਾ, ਪਹਿਲਾਂ ਤਾਂ ਸਾਡਾ ਮਲਟੀਗ੍ਰੇਨ ਆਟਾ ਹੈਗਾ ਕਿਹੜਾ ਇੱਥੇ ਕੈਨੇਡਾ ਸਾਰਾ ਇਹਦਾ ਪ੍ਰੋਡਕਸ਼ਨ ਹੁੰਦੀ ਹੈ। ਹੋਰ ਮਲਟੀਗ੍ਰੇਨ ਆਟਾ ਕੋਈ ਇੱਥੇ ਬਣਦਾ ਨਹੀਂ, ਨਾ ਕੈਨੇਡਾ ਬਣਦਾ, ਨਾ ਅਮਰੀਕਾ ਬਣਦਾ। ਸੋ ਸਾਡੀ ਇਕੱਲੀ ਕੰਪਨੀ ਹੈਗੀ ਕਿਹੜੀ ਮਲਟੀਗ੍ਰੇਨ ਆਟਾ ਇੱਥੇ ਪ੍ਰੋਡਿਊਸ ਕਰਦੀ ਹੈ, ਇਹ ਵੀ ਲੋਕਲ ਇੰਗਰੀਡੀਅੰਟ ਦੇ ਨਾਲ। ਸੋ ਮਲਟੀਗ੍ਰੇਨ ਇਹਦਾ ਕੀ ਫਾਇਦਾ ਹੈਗਾ, ਇਹਦੇ ਵਿੱਚ ਡਿਫਰੈਂਟ ਆਈਟਮਸ ਹੁੰਦੀਆਂ, ਕਿਹੜੀਆਂ ਡਿਫਰੈਂਟ ਉਹਦੇ ਹੈਲਥ ਬੈਨੀਫਿਟਸ ਹੁੰਦੇ ਆ। ਸੋ ਇੱਕ ਤਾਂ ਇਹਦੇ ਵਿੱਚ ਬਰਾਊਨ ਕਣਕ ਪੈਂਦੀ ਹੈਗੀ ਹੈ, ਸਾਫ਼ ਦੀ ਕਣਕ, ਕਿਹੜਾ ਬਲੀਚ ਨਹੀਂ ਕੀਤੀ ਹੁੰਦੀ, ਜਿਹੜੀ ਨਾ ਬਲੀਚ ਨਹੀਂ ਹੁੰਦੀ, ਨਾਲੇ ਉਹਦੇ ਵਿੱਚ ਸਾਰੇ ਕਿਹੜੇ ਪਾਰਟਸ ਹੁੰਦੇ ਆ,
ਸਾਰੇ ਵਿੱਚ ਜਾਂਦੇ, ਸਾਰੇ ਹਿੱਸੇ ਵਿੱਚ ਹੀ ਜਾਂਦੇ ਆ, ਕੋਈ ਕੱਢਿਆ ਨਹੀਂ ਹੁੰਦਾ। ਹੁਣ ਕੋਈ ਆਟੇ ਹੈਗੇ ਉਹਦੇ ਵਿੱਚੋਂ ਬਰੈਂ ਕੱਢ ਦਿੰਦੇ ਆ, ਬੂਰਾ ਕੱਢ ਦਿੰਦੇ ਆ, ਉਹ ਬੂਰਾ ਕਿਹੜਾ ਹੈਗਾ ਉਹ ਬਹੁਤ ਵਧੀਆ ਹੈਗਾ ਖਾਣ ਨੂੰ, ਸੋ ਉਹ ਵੀ ਸਾਰਾ ਵਿੱਚ ਜਾਂਦਾ। ਬਾਕੀ ਉਹ ਤੋਂ 4 ਹੋਰ ਆਈਟਮਸ ਆ ਹੈਗੀਆਂ, ਫੋਰ ਐਗਜ਼ਾਮਪਲ ਸੋਇਆ ਆ ਗਿਆ, ਬਾਜਰਾ ਆ ਗਿਆ, ਕਾਲਾ ਚਨਾ ਆ ਗਿਆ, ਅਲਸੀ ਆ ਗਈ, ਇਹ ਸਾਰੀਆਂ ਚੀਜ਼ਾਂ ਕਿਹੜੀਆਂ ਹੈਗੀਆਂ ਇਹਨਾਂ ਦੇ ਡਿਫਰੈਂਟ ਮੈਡੀਕਲ ਬੈਨੀਫਿਟਸ ਹੁੰਦੇ ਆ। ਸੋ ਇੱਕ ਬਿਗ ਮੇਜਰ ਬੈਨੀਫਿਟ ਹੈਗਾ ਦੈਟ ਕਿਹੜੀ ਹੈਗੀ ਹੈ ਬਾਜਰਾ, ਕਾਲਾ ਚਨਾ, ਨਾਲ ਇੱਕ ਬਰਾਊਨ ਕਣਕ, ਇਹਨਾਂ ਵਿੱਚ ਫਾਈਬਰ ਹੁੰਦਾ, ਮੈਕਸਿਮਮ ਫਾਈਬਰ ਹੁੰਦਾ, ਉਹ ਕਿ ਸ਼ੂਗਰ ਐਬਜ਼ੋਰਪਸ਼ਨ ਲਈ ਵਧੀਆ ਹੁੰਦਾ ਉਹ, ਬਿਕਾਜ਼ ਤੁਹਾਡੀ ਜਿਹੜੀ ਬਾਡੀ ਹੈਗੀ ਆ, ਬਾਡੀ ਨੂੰ ਕੰਮ ਕਰਨਾ ਪੈਂਦਾ ਉਹਨੂੰ ਹਾਜ਼ਮ ਕਰਨ ਨੂੰ, ਰਾਈਟ। ਹੁਣ ਸੋ ਫੋਰ ਐਗਜ਼ਾਮਪਲ ਕਹਿੰਦੇ ਹੁੰਦੇ ਤੁਸੀਂ ਕੋਕਾ ਕੋਲਾ ਜਾਂ ਪੈਪਸੀ ਜਾਂ ਇਹਦੇ ਸਾਫਟ ਡਰਿੰਕਸ ਨਾ ਪੀਵੋ, ਬਿਕਾਜ਼ ਉਹਦੇ ਵਿੱਚ ਸ਼ੂਗਰ ਬਹੁਤ ਹੁੰਦੀ ਹੈ, ਨਾਲੇ ਉਹ ਕਿਹੜੀ ਹੁੰਦੀ ਹੈ, ਲਿਕੁਇਡ ਹੁੰਦੀ ਹੈ, ਤੁਹਾਡੀ ਬਾਡੀ ਉਹਨੂੰ ਪ੍ਰੋਸੈਸ ਕਰਨ ਨੂੰ ਉਹਨੂੰ ਲੋੜ ਹੀ ਨਹੀਂ ਹੈਗੀ, ਔਰ ਰਾਈਟ ਅਵੇ ਸ਼ੂਗਰ ਤੇਰੀ ਬਲੱਡ ਸਟਰੀਮ ਦੇ ਵਿੱਚ ਆਉਂਦੀ ਹੈ, ਕਿ ਬਲੱਡ ਸਟਰੀਮ ਦੇ ਵਿੱਚ ਹੋ ਜਾਂਦੀ ਹੈ, ਦੈਨ ਯੂ ਹੈਵ ਡਾਇਬੀਟੀਜ਼ ਪ੍ਰੋਬਲਮਸ। ਸੋ ਕਿੰਨਾ ਵੀ ਤੁਹਾਡਾ ਆਟਾ ਲੈਸ ਰਿਫਾਈਨਡ ਹੋਵੇ, ਨਾਲੇ ਸਾਰੇ ਉਹਦੇ ਵਿੱਚ ਪੀਸਿਸ ਪੋਰਸ਼ਨਸ ਦਾਣੇ ਦੇ ਵਿੱਚ ਜਾਣ, ਤੁਹਾਡੀ ਬਾਡੀ ਨੂੰ ਪ੍ਰੋਸੈਸ ਕਰਨਾ ਪੈਂਦਾ ਉਹਨੂੰ ਜ਼ਿਆਦਾ, ਕਿ ਉਹ ਪ੍ਰੋਸੈਸ ਕਰਦਾ ਹੈਗਾ, ਤੁਹਾਡੀ ਸ਼ੂਗਰ ਐਬਜ਼ੋਰਪਸ਼ਨ ਕਿਹੜੀ ਹੈਗੀ ਆ ਉਹ ਸਲੋ ਡਾਊਨ ਹੋ ਜਾਂਦੀ ਹੈ। ਸੋ ਥੀਸ ਆਰ ਦ ਬੈਨੀਫਿਟਸ ਆਫ ਦ ਬ੍ਰਾਂਡ। ਬਾਕੀ ਕਿਹੜਾ ਹੈਗਾ ਸੋਇਆ, ਅਲਸੀ, ਇਹਦੇ ਵਿੱਚ ਤੁਹਾਡੇ ਸੈਲਸ ਲਈ ਤੁਹਾਡੇ ਇਨਸੂਲਿਨ ਰੈਜ਼ਿਸਟੈਂਸ ਦੇ ਵਧੀਆ ਹੁੰਦੇ ਆ। ਸੋਇਆ ਦੇ ਵਿੱਚ ਹੁੰਦਾ ਇਨਸੂਲਿਨ ਵਧੀਆ ਹੁੰਦਾ, ਕਿਹੜਾ ਹੈਗਾ ਬਾਜਰਾ ਨੇ ਕਿਹੜਾ ਹੈਗਾ ਅਲਸੀ, ਉਹਦੇ ਵਿੱਚ ਮੈਗਾ 3 ਮੈਗਾ 6 ਹੁੰਦਾ, ਉਹ ਵੀ ਤੁਹਾਡੇ ਬਾਡੀ ਲਈ ਬਹੁਤ ਵਧੀਆ ਹੁੰਦਾ, ਅਲਸੀ ਵਧੀਆ ਹੁੰਦੀ ਆ। ਸੋ ਇਹ ਚੀਜ਼ਾਂ ਸਾਰੀਆਂ ਮਿਕਸ ਕਰਕੇ ਤਾਂ ਅਸੀਂ ਇਹ ਮਲਟੀਗ੍ਰੇਨ ਆਟਾ ਕੱਢਿਆ। ਇਹ ਕੱਢਿਆ ਵੀ ਪਰਸਨਲ ਰੀਜ਼ਨ ਲਈ। ਓਕੇ ਯਾ ਮੇਰੀ ਮਦਰ ਦੀ ਡਾਇਬੀਟੀਜ਼ ਦੀ ਪ੍ਰੋਬਲਮ ਆ। ਉਹ ਕਿਉਂਕਿ ਅੱਜ ਕੱਲ ਅਸੀਂ ਡਾਇਬੀਟੀਜ਼ ਦੀ ਗੱਲ ਕਰ ਲਈਏ ਤਾਂ ਮੈਂ ਆਪਣੀ ਗੱਲ ਕਰਾਂ, ਮੇਰੇ ਫਾਦਰ ਨੂੰ ਡਾਇਬੀਟੀਜ਼ ਹੈ, ਮੇਰੇ ਫੈਮਿਲੀ ਦੇ ਵਿੱਚ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਡਾਇਬੀਟੀਜ਼ ਹੈਗੀਆਂ ਨੇ, ਤੇ ਅੱਜ ਕੱਲ ਮੈਨੂੰ ਲੱਗਦਾ ਐਵਰੀ ਸਿੰਗਲ ਫੈਮਿਲੀ ਦੇ ਵਿੱਚ ਇੱਕ ਪਰਸਨ ਜਿਹੜਾ ਡਾਇਬੀਟੀਜ਼ ਤੋਂ ਹੈਗਾ ਆ, ਜਿਨ੍ਹਾਂ ਨੂੰ ਡਾਇਬੀਟੀਜ਼ ਹੈਗੀਆਂ ਨੇ। ਸੋ ਤੁਸੀਂ ਵੀ ਇਸੇ ਕਰਕੇ ਹੀ ਆਪਣੀ ਮਦਰ ਦੇ ਕਰਕੇ ਹੀ ਇੱਧਰ ਸੋਚਿਆ ਵੀ ਆਟੇ ਨੂੰ ਵੀ ਜਿਹੜਾ ਹੋਣਾ ਚਾਹੀਦਾ, ਜਿਹੜਾ ਡਾਇਬੀਟੀਜ਼ ਨੂੰ ਸਹੀ ਕਰਕੇ ਰੱਖੇ। ਬਿਲਕੁਲ ਇਸ ਪਹਿਲਾਂ ਯੂ ਨੋ ਆਫਟਨ ਬਿਜ਼ਨਸਮੈਨ ਆਂਟਰਪ੍ਰੀਨਰਸ ਉਹ ਕਰਦੇ ਆ, ਉਹ ਕਹਿੰਦੇ ਹੁੰਦੇ ਤਾਂ ਕੋਈ ਤੰਗੀ ਹੁੰਦੀ ਆ, ਕੋਈ ਪ੍ਰੋਬਲਮ ਹੈਗੀ ਆ, ਪਰਸਨਲ ਪ੍ਰੋਬਲਮ ਸਮਟਾਈਮਸ ਹੁੰਦੀ ਆ। ਯੂ ਨੋ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਬੰਬਾਰਡੀਏ ਕੰਪਨੀ ਹੈਗੀ ਆ, ਉਹ ਜਹਾਜ਼ ਬਣਾਉਂਦੇ ਆ, ਓਕੇ, ਬਹੁਤ ਫੇਮਸ ਕੰਪਨੀ ਹੈ, ਵਨ ਆਫ ਕੈਨੇਡਾ's ਬਿਗੇਸਟ ਕੰਪਨੀਜ਼, ਉਹ ਕੁਬੈਕ ਦੇ ਵਿੱਚ ਆ। ਓਰੀਜਨਲੀ ਉਹ ਕੀ ਹੋਇਆ, ਉਹਦਾ ਬੱਚਾ ਕਿਹੜਾ ਸੀ, ਕਿਹੜਾ ਫਾਊਂਡਰ ਕੰਪਨੀ ਦਾ ਹੈਗਾ, ਉਹ ਬੱਚਾ ਬਿਮਾਰ ਹੋ ਗਿਆ, ਸਨੋ ਬਹੁਤ ਪੈਂਦੀ ਸੀ ਮੌਂਟਰੀਅਲ ਨਾਲ, ਉਹ ਉਹਨਾਂ ਨੂੰ ਹਸਪਤਾਲ ਨੂੰ ਪਹੁੰਚਾ ਨਹੀਂ ਸਕਿਆ। ਉਹ ਸੋਚਿਆ ਉਹਨੇ ਤਾਂ ਹੁਣ ਸਾਨੂੰ ਕੋਈ ਸਨੋਮੋਬੀਲ ਚਾਹੀਦਾ ਹੈਗਾ, ਕੋਈ ਵੀਓ ਕੋ ਚਾਹੀਦਾ ਹੈਗਾ ਤੇ ਸਨੋ ਦੇ ਵਿੱਚ ਤੁਰੇ। ਉਹਨੇ ਫਿਰ ਸਨੋਮੋਬੀਲਸ ਕ੍ਰੀਏਟ ਕੀਤੇ, ਬਿਕਾਜ਼ ਉਹ ਪਰਸਨਲ ਨੀਡ, ਉਹਦੀ ਫੈਮਿਲੀ ਦੇ ਵਿੱਚ ਨੀਡ ਸੀ। ਸੇਮ ਥਿੰਗ ਵਿਦ ਅਸ, ਅਸੀਂ ਆਟਾ ਕੱਢਦੇ ਸੀ, ਪਰ ਅਸੀਂ ਓਨ ਫੈਮਿਲੀ ਦੇ ਵਿੱਚ ਅਸੀਂ ਦੇਖਿਆ ਤਾਂ ਡਾਇਬੀਟੀਜ਼ ਇਸ਼ੂ ਹੈਗਾ, ਸਾਨੂੰ ਕੋਈ ਚੀਜ਼ ਕੱਢਣੀ ਚਾਹੀਦੀ ਹੈਗੀ ਕਿ ਡਾਇਬੀਟੀਜ਼ ਲਈ ਵਧੀਆ ਹੈਗੀ ਆ। ਬਾਕੀ ਫਿਰ ਅਸੀਂ ਦੇਖ ਲਿਆ, ਸਾਡੇ ਇਕੱਲੀ ਮਾਮ ਨਹੀਂ ਸੀ, ਸਾਡੇ ਹੋਰ ਸਾਰੇ ਅਦਰ ਰਿਲੇਟਿਵਸ, ਫਰੈਂਡਸ ਐਂਡ ਫੈਮਿਲੀ, ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਡਾਇਬੀਟੀਜ਼ ਬਹੁਤ ਸੀਰੀਅਸ ਇਸ਼ੂ ਹੈਗੀ ਆ। ਨੇ ਉਹ ਕਹਿ ਦਿੰਦੇ ਹੁੰਦੇ ਤਾਂ ਮਠਿਆਈ ਤੁਸੀਂ ਨਾ ਖਾਵੋ, ਮਿੱਠੀ ਚੀਜ਼ ਨਾ ਖਾਵੋ, ਠੀਕ ਆ, ਪਰ ਤੁਸੀਂ ਕਿੰਨੀਆਂ ਚੀਜ਼ਾਂ ਮਿੱਠੀਆਂ ਖਾਂਦੇ ਆ, ਰਾਈਟ, ਕਿੰਨੀ ਮਠਿਆਈ ਖਾ ਲੈਂਦੇ ਆ, ਤੁਸੀਂ ਉਹਨੂੰ ਕੱਟ ਵੀ ਦਿੱਤਾ ਫੇਰ ਵੀ ਸ਼ੂਗਰ ਦੀ ਪ੍ਰੋਬਲਮ ਹੁੰਦੀ ਸਾਡੇ ਲੋਕਾਂ ਨੂੰ, ਕਦੇ ਅਸੀਂ ਰੋਟੀ ਖਾਂਦੇ ਆ, ਅਸੀਂ ਰੋਂਗ ਰੋਟੀ ਖਾਂਦੇ ਆ। ਕੈਨੇਡਾ ਡਾਇਬੀਟੀਜ਼ ਐਸੋਸੀਏਸ਼ਨ ਦੀ ਜਿਹੜੀ ਸਟੈਂਪ ਹੈਗੀ ਆ, ਮੈਂ ਉਹ ਵੀ ਦੇਖੀ ਆ ਤੁਹਾਡੇ ਬੈਗ ਦੇ ਉੱਤੇ, ਸੋ ਉਹਨਾਂ ਦੇ ਨਾਲ ਕਿੱਦਾਂ ਉਹਨਾਂ ਨੇ ਅਪਰੂਵਲ ਦਿੱਤੀ ਤੁਹਾਡੇ ਆਟੇ ਨੂੰ? ਡਾਇਬੀਟੀਜ਼ ਕੈਨੇਡਾ ਦੀ ਐਸੋਸੀਏਸ਼ਨ ਹੈਗੀ ਹੈ, ਬਹੁਤ ਪੁਰਾਣੀ ਹੈਗੀ ਹੈ, ਬਹੁਤ ਫੇਮਸ ਆਰਗੇਨਾਈਜੇਸ਼ਨ ਹੈਗੀ। ਇਨ ਫੈਕਟ ਇਹ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਸੀ ਇਨ ਮੈਮਰੀ ਆਫ ਬੈਂਟਿੰਗ, ਡਾਕਟਰ ਬੈਂਟਿੰਗ ਕੈਨੇਡੀਅਨ ਡਾਕਟਰ ਸੀ ਨਾ, ਇਨਸੂਲਿਨ ਉਹਨੇ ਇਨਵੈਂਟ ਕੀਤੀ। ਓਕੇ, ਸੋ ਉਹ ਕਿਹੜੀ ਡਾਇਬੀਟੀਜ਼ ਕੈਨੇਡਾ ਐਸੋਸੀਏਸ਼ਨ ਹੈਗੀ, ਉਹਨਾਂ ਦੀ ਪ੍ਰਾਇਮਰੀ ਮੈਂਡੇਟ ਹੈਗਾ ਦ ਲੋਕਾਂ ਨੂੰ ਐਜੂਕੇਟ ਕਰਨ ਨੂੰ about diabetes and the dangers of diabetes. So ਉਹ ਲੋਕਾਂ ਨੂੰ ਐਜੂਕੇਟ ਕਰਦੇ ਹੈਗੇ, ਤੁਸੀਂ ਆਹ ਚੀਜ਼ ਖਾਵੋ ਜਾਂ ਆਹ ਚੀਜ਼ ਨਾ ਖਾਵੋ, ਇੱਦਾਂ ਦੀ ਐਕਸਰਸਾਈਜ਼ ਕਰੋ to make your body better, healthier. So ਉਹਨਾਂ ਨੇ ਸਾਡਾ ਆਟਾ, ਉਹਨਾਂ ਦੇ ਨਜ਼ਰਾਂ ਦੇ ਵਿੱਚ ਆਇਆ, ਤੇ ਆਟਾ ਕਿੱਦਾਂ ਦਾ ਹੈਗਾ, ਕੀ ਹੈਗਾ, ਉਹਨਾਂ ਨੇ ਫਿਰ ਸਾਡਾ ਉਹਨਾਂ ਨੇ ਟੈਸਟ ਕੀਤਾ, ਉਹਨਾਂ ਨੇ ਦੇਖਿਆ, ਉਹਨਾਂ ਨੇ ਫਿਰ ਸਾਡੀ ਗੱਲਬਾਤ ਉਹਨਾਂ ਹੋਏ, ਉਹ ਕਹਿੰਦੇ ਤੇ ਤੁਹਾਡਾ ਆਟਾ ਵਧੀਆ ਹੈਗਾ, ਇੰਨਾ ਵਧੀਆ ਹੈਗਾ ਤਾਂ ਅਸੀਂ ਆਪਣੀ ਮੋਰ ਤੁਹਾਡੇ ਬੈਗ ਤੇ ਲਾਉਣੀ ਹੈਗੀ ਹੈ, ਤੇ ਲੋਕਾਂ ਨੂੰ ਪਤਾ ਲੱਗੇ that ਇਹ ਆਟਾ ਤੁਹਾਨੂੰ ਖਾਣਾ ਚਾਹੀਦਾ ਜੇ ਤੁਹਾਡੀ ਸ਼ੂਗਰ ਦੀ ਪ੍ਰੋਬਲਮ ਹੈਗੀ ਆ। ਸੋ this is our collaboration with them.
ਸੋ ਉਹਨਾਂ ਦੇ ਨਾਲ ਕੋਲੈਬੋਰੇਸ਼ਨ ਹੋਈ ਹੈ, ਉਹਨਾਂ ਨੇ ਇਨਸਪੈਕਸ਼ਨ ਕੀਤੀ ਪ੍ਰੋਪਰ ਕਿ ਸੱਚਮੁੱਚ ਕਿ ਡਾਇਬੀਟੀਜ਼ ਪੇਸ਼ੈਂਟਸ ਦੇ ਲਈ ਇਹ ਵਧੀਆ ਹੈ ਜਾਂ ਨਹੀਂ ਹੈ। ਸੋ ਹਾਊ ਆਫਨ ਤੁਹਾਡੀ ਜਿਹੜੀ ਇਨਸਪੈਕਸ਼ਨ ਹੁੰਦੀ ਹਰ ਸਾਲ ਹੁੰਦੀ ਹੈ every year Yes. from Diabetes Canada? Yes. So ਇਦਾਂ ਤਾਂ ਨਹੀਂ ਹੁੰਦਾ ਕਿ ਰੈਂਡਮ ਚੈੱਕ ਕਰਨ ਲਈ ਆ ਗਏ ਕਿ ਰੈਂਡਮਲੀ ਤੁਹਾਡੀ ਚੈੱਕਅਪ ਹੋ ਗਈ, ਇਦਾਂ ਦਾ ਵੀ ਕੁਝ ਹੁੰਦਾ ਹੈ? ਉਹ ਕਰ ਲੈਂਦੇ ਆ ਯੂਜੂਅਲੀ ਸਾਨੂੰ ਵਾਰਨਿੰਗ ਦੇ ਦਿੰਦੇ ਹੁੰਦੇ ਅਸੀਂ ਆਉਣਾ ਹੈਗਾ ਐਂਡ ਆਲ ਕਿਹੜੀ ਏਜੰਸੀਜ਼ ਕਿਹੜੀਆਂ ਹੈਗੀਆਂ ਇੱਥੇ ਦੇ ਗਿਵ ਯੂ ਅ ਵਾਰਨਿੰਗ ਅਸੀਂ ਆਉਣ ਲੱਗੇ ਹੈਗੇ ਆ। ਸੋ ਉਹ ਸਾਡੀ ਇਨਸਪੈਕਸ਼ਨ ਕਰਦੇ। ਸਾਡੀ ਹੁਣ ਉਹਦਾ ਮਤਲਬ 2017 ਤੋਂ ਸਾਡੀ ਉਹਨਾਂ ਨਾਲ ਕੋਲੈਬੋਰੇਸ਼ਨ ਹੈਗੀ ਹੈ। ਸੋ ਅਸੀਂ ਚੌਥੇ ਸਾਲ ਦੇ ਵਿੱਚ ਚੱਲਦੇ ਹਾਂ ਹੁਣ। ਵੈਸੇ ਗੱਲ ਜਿੱਦਾਂ ਹੁਣ ਆਪਾਂ ਬਹੁਤ ਸੁਣਨ ਲੱਗ ਗਏ ਹੈਗੇ ਆ ਹੁਣ ਕਿ ਬੱਚਿਆਂ ਨੂੰ ਐਲਰਜੀ ਹੈਗੀ ਆ, ਵੱਡਿਆਂ ਨੂੰ ਵੀ ਐਲਰਜੀਜ਼ ਆਉਣ ਲੱਗ ਗਈਆਂ, ਸੀਜ਼ਨਲ ਐਲਰਜੀ ਹੋ ਗਈ, ਕਿਸੇ ਨੂੰ ਫੂਡ ਤੋਂ ਐਲਰਜੀ ਹੋ ਗਈ, ਤੇ ਹੁਣ ਜਿਹੜਾ ਨਵਾਂ ਸਾਰਿਆਂ ਤੇ ਹੋਇਆ ਹੈਗਾ ਗਲੂਟਨ ਤੋਂ ਐਲਰਜੀ ਆ। ਸੋ ਤੁਹਾਡੇ ਕੋਲ ਆਟਾ ਵੀ ਗਲੂਟਨ ਫ੍ਰੀ ਹੈਗਾ ਆ, ਕਿਉਂਕਿ ਬਹੁਤ ਸਾਨੂੰ ਜਿਹੜੀ ਮੁਸ਼ਕਿਲ ਆਉਂਦੀ ਹੈਗੀ ਆ ਗਲੂਟਨ ਫ੍ਰੀ ਚੀਜ਼ਾਂ ਦੇਖਣ ਨੂੰ, ਹਰ ਚੀਜ਼ਾਂ ਤੋਂ ਪੜ੍ਹ ਕੇ ਫਿਰ ਘਰ ਲਿਆਉਣੀ ਪੈਂਦੀ ਹੈਗੀ ਆ ਜਿਨ੍ਹਾਂ ਨੂੰ ਵੀ ਐਲਰਜੀ ਹੋਵੇ। ਸੋ ਗਲੂਟਨ ਫ੍ਰੀ ਦਾ ਆਈਡੀਆ ਕਿੱਥੋਂ ਆਇਆ ਤੇ ਕਿਵੇਂ ਤੁਸੀਂ ਇਹਨੂੰ ਪ੍ਰੋਸੈਸ ਕੀਤਾ? ਸੋ ਇਹ ਵੀ ਕਮਿਊਨਿਟੀ ਕਾਲਿੰਗ ਸੀ, ਕਮਿਊਨਿਟੀ ਡਿਮਾਂਡ ਸੀ। ਕਿੱਥੇ ਸ਼ੂਗਰ ਦੀ ਪ੍ਰੋਬਲਮ ਹੈਗੀ ਆ ਮੋਸਟਲੀ ਸਾਡੇ ਬਜ਼ੁਰਗਾਂ ਨੂੰ, ਆਪੋਜ਼ਿਟ ਸਾਈਡ ਤੇ ਤੁਸੀਂ ਦੇਖੋ ਸਾਡੇ ਬੱਚੇ ਨੂੰ ਇਹ ਐਲਰਜੀ ਹੋਣ ਲੱਗ ਪਈ ਗਲੂਟਨ ਦੀ। ਬਿਲਕੁਲ ਓਕੇ, ਕਿੱਥੇ ਬਜ਼ੁਰਗਾਂ ਨੂੰ ਡਾਇਬੀਟੀਜ਼ ਦੀ ਇਸ਼ੂ ਹੈਗੀ ਆ, ਬੱਚਿਆਂ ਨੂੰ ਗਲੂਟਨ ਦੀ ਐਲਰਜੀ ਹੋਣ ਲੱਗ ਪਈ ਹੈਗੀ ਆ। ਸੋ ਸਾਨੂੰ ਰਿਕੁਐਸਟ ਆਉਂਦੀ ਹੁੰਦੀ ਹੈ ਸੀ ਫਰਮ ਮਦਰਸ ਐਂਡ ਫਾਦਰਸ ਦੈਟ ਅਸੀਂ ਘਰ ਰੋਟੀ ਖਾਣੀ ਹੈਗੀ ਆ ਬਟ ਸਾਡੇ ਬੱਚੇ ਨੂੰ ਐਲਰਜੀ ਹੈਗੀ ਆ, ਉਹਨੂੰ ਹੁਣ ਅਸੀਂ ਉਹਨੂੰ ਅਲੱਗ ਰੋਟੀ ਸਾਨੂੰ ਉਹਨਾਂ ਬਣਾਉਣੀ ਪੈਂਦੀ ਹੈਗੀ ਹੈ। ਐਂਡ ਸਮਟਾਈਮਸ ਕਿਹੜੇ ਫੈਮਿਲੀ ਵਿੱਚ ਬਜ਼ੁਰਗ ਹੁੰਦੇ ਸੀ ਜੀ, ਉਹ ਕਹਿੰਦੇ ਹੁੰਦੇ ਸੀ ਤੇ ਸਾਡਾ ਦੋਤੀ ਸਾਡਾ ਬਹਿ ਕੇ ਖਾਂਦੇ ਖਾਤੇ ਨੇ, ਗੱਲ ਕੀ ਹੈਗੀ ਅਲੱਗ ਕਾਤੇ ਬੈਠੇ ਹੈਗੇ, ਉਹਨਾਂ ਨੂੰ ਅੰਡਰਸਟੈਂਡਿੰਗ ਨਹੀਂ ਹੁੰਦੀ ਸੀ ਤੇ ਇਹਨਾਂ ਨੂੰ ਐਲਰਜੀ ਹੈਗੀ ਹੈ, ਇਹਨਾਂ ਨੂੰ ਪਰੇਸ਼ਾਨੀ ਹੈਗੀ ਆ। ਉਹ ਕਹਿੰਦੇ ਸੀ ਤੇ ਅਸੀਂ ਸਾਨੂੰ ਕੁਝ ਆਟਾ ਕੱਢ ਕੇ ਦਵੋ ਦਾ ਕਿ ਸਾਰਾ ਫੈਮਿਲੀ ਸਾਰਾ ਪਰਿਵਾਰ ਇਕੱਠਾ ਹੋ ਕੇ ਬਹਿ ਕੇ ਖਾ ਸਕਣ, ਨਾ ਅਲੱਗ-ਅਲੱਗ ਰੋਟੀਆਂ ਨਾ ਬਣ। ਓਕੇ, ਸੋ ਅਸੀਂ ਵੀ ਕੀਤਾ ਸੀ ਅਲੱਗ ਫੈਕਟਰੀ ਫਿਰ ਬਣਾਈ ਗਲੂਟਨ ਫ੍ਰੀ ਦੀ, ਬਿਕਾਜ਼ ਗਲੂਟਨ ਫ੍ਰੀ ਤੁਹਾਨੂੰ ਬਣਾਉਣ ਤੁਹਾਨੂੰ ਫੈਕਟਰੀ ਅਲੱਗ ਚਾਹੀਦੀ ਹੈਗੀ ਹੈ। ਸੋ ਯੂ ਕੈਨ ਇਮੈਜਿਨ ਸਾਨੂੰ ਕਿੰਨਾ ਖਰਚ ਸਾਡਾ ਹੋਇਆ ਹੋਵੇਗਾ, ਅਸੀਂ ਅਲੱਗ ਫੈਕਟਰੀ ਬਣਾਈ ਇਸ ਚੀਜ਼ ਦਾ। ਸੋ ਜਿਹੜੀ ਗਲੂਟਨ ਫ੍ਰੀ ਆਟੇ ਦੇ ਵਾਸਤੇ ਉਹ ਅਲੱਗ ਫੈਕਟਰੀ ਹੈਗੀ ਹੈ, ਨਾਰਮਲ ਆਟੇ ਦੇ ਵਾਸਤੇ ਅਲੱਗ ਹੈਗੀ? ਹਾਂਜੀ ਹਾਂ। ਗੱਲ ਕੀ ਹੈਗੀ ਹੈ ਤੇ ਸੋ ਗਲੂਟਨ ਫ੍ਰੀ ਕਲਾਸੀਫਿਕੇਸ਼ਨ ਕਿਹੜੀ ਹੈਗੀ ਆ, ਉਹ ਕਹਿੰਦੇ ਹੁੰਦੇ 20 ਪਾਰਟਸ ਪਰ ਮਿਲੀਅਨ ਤੇ ਇਹਦੀ ਬਾਰਡਰ ਲਾਈਨ ਆ। ਜਾਂ ਆਈਟਮ ਕਿਹੜੀ ਹੈਗੀ ਉਹਦੇ ਵਿੱਚ 20 ਪਾਰਟ, ਤੁਸੀਂ ਦੇਖੋ ਕੋਈ ਵੀ ਚੀਜ਼ ਦੇਖੋ ਤੁਸੀਂ ਮਿਲੀਅਨ ਪਾਰਟਸ ਉਹਦੇ ਹਿੱਸੇ ਬਣਾ ਦਿਓ, 1 ਮਿਲੀਅਨ ਦੇ ਵਿੱਚੋਂ ਜੇ 20 ਹਿੱਸੇ 21 ਹਿੱਸੇ ਹੋ ਗਏ ਵਿੱਚ ਉਹਦੇ ਵਿੱਚ ਹੋਵੇ ਗਲੂਟਨ ਆ ਜਾਵੇ, ਫਿਰ ਉਹ ਗਲੂਟਨ ਫ੍ਰੀ ਨਹੀਂ ਕਹਿ ਸਕਦੇ। 20 ਹਿੱਸਿਆਂ ਤੋਂ ਘੱਟ ਹੋਣਾ ਚਾਹੀਦਾ। ਸੋ ਯੂ ਕੈਨ ਸੀ ਕਿੰਨੀ ਵੈਰੀ ਲਿਟਲ ਪਰਸੈਂਟੇਜ ਕਿਹੜੀ ਹੈਗੀ ਆ that ਕਿੰਨਾ ਥ੍ਰੈਸ਼ਹੋਲਡ ਕਿੰਨਾ ਲੋ ਹੈਗਾ। ਸੋ ਕੀ ਹੁੰਦਾ ਤੇ ਕਿਹੜਾ ਗਲੂਟਨ ਆਈਟਮਸ ਹੁੰਦੀਆਂ ਕਿ ਉਹਦਾ ਤੁਸੀਂ ਉਹਨਾਂ ਦੀ ਪ੍ਰੋਡਕਸ਼ਨ ਚੱਲਦੀ ਹੈਗੀ ਆ, ਉਹ ਗਲੂਟਨ ਆਈਟਮ ਹਵਾ ਦੇ ਵਿੱਚ ਉੜ ਕੇ ਗਲੂਟਨ ਫ੍ਰੀ ਆਈਟਮ ਨੂੰ ਕੰਟੈਮੀਨੇਟ ਕਰ ਦਿੰਦੀਆਂ। ਓਕੇ, ਸੋ ਕਹਿ ਲਓ ਫੈਕਟਰੀ ਹੈਗੀ ਆ, ਫੈਕਟਰੀ ਵਿੱਚ ਤੁਸੀਂ ਉੱਥੇ ਕਣਕ ਪੀਂਦੇ ਆ, ਉਹ ਕਣਕ ਹਵਾ ਦੇ ਵਿੱਚ ਉੜ ਕੇ ਮੱਕੀ ਦੇ ਵਿੱਚ ਵੜ ਸਕਦੀ ਆ, ਬੇਸਨ ਵਿੱਚ ਵੜ ਸਕਦੀ ਆ। ਦੂਸਰੇ ਆਈਟਮ ਕਿਹੜੀਆਂ ਬੇਸਨ ਹੈਗਾ, ਮੱਕੀ ਹੈਗੀ, ਅਲਸੀ, ਸੋਇਆ, ਇਹ ਸਾਰੇ ਗਲੂਟਨ ਫ੍ਰੀ ਹੈਗੀਆਂ। ਸੋ ਤੁਹਾਨੂੰ ਇਹਨਾਂ ਦੀ ਪ੍ਰੋਡਕਸ਼ਨ ਅਲੱਗ ਕਰਨੀ ਪੈਂਦੀ ਹੈ। ਓਕੇ, ਅਲੱਗ ਮਸ਼ੀਨਰੀ, ਅਲੱਗ ਬਿਲਡਿੰਗ, ਅਲੱਗ ਬੰਦੇ, ਅਲੱਗ ਯੂਨੀਫਾਰਮ, ਅਲੱਗ ਐਵਰੀਥਿੰਗ। ਸੋ ਉਹ ਸੈਪਰੇਟ ਫੈਕਟਰੀ ਅਸੀਂ ਬਣਾਈ ਸੀ, ਉਹਦੇ ਵਿੱਚ ਫਿਰ ਅਸੀਂ ਆਟੇ ਕੱਢੇ ਕਿ ਇਹਨਾਂ ਦੀ ਰੋਟੀ ਵੀ ਬਣ ਸਕੇ। ਕਿਉਂਕਿ ਸਾਨੂੰ ਪਤਾ ਅੱਜ ਕੱਲ੍ਹ ਮੱਕੀ ਦੀ ਆਟਾ ਵੀ ਸੈਂਟਰ ਮੁਸ਼ਕਿਲ ਹੋ ਜਾਂਦਾ ਬਣਾਉਣ ਨੂੰ। ਆਨੂੰ ਤੁਸੀਂ ਜਦ ਮੱਕੀ ਦਾ ਆਟਾ ਪਕਾਇਆ ਹੈਗਾ ਜਾਂ ਨਹੀਂ, ਪਰ ਜਨਰਲੀ ਮੱਕੀ ਪਕਾਉਣ ਨੂੰ ਡਿਫਿਕਲਟ ਹੁੰਦੀ ਹੈ, ਉਹ ਜੁੜਦੀ ਨਹੀਂ ਹੈਗੀ, ਉਹ ਕਾਹਦੇ ਗਲੂਟਨ ਨਹੀਂ ਹੁੰਦਾ ਵਿੱਚ। ਸੋ ਸਾਨੂੰ ਹੋਰ ਚੀਜ਼ ਵਿੱਚ ਪਾ ਕੇ ਉਹਨੂੰ ਜੋੜਨ ਨੂੰ ਤਾਂ ਕਿ ਆਪਾਂ ਉਹਦਾ ਡੋ ਬਣਾ ਸਕੀਏ ਤੇ ਉਹਦੀ ਰੋਟੀ ਬਣ ਸਕੇ, ਕਿਉਂਕਿ ਰੋਟੀ ਦੀ ਸਾਡੀ ਕ੍ਰੇਵਿੰਗ ਜਿਹੜੀ ਹੈਗੀ ਆ ਆਲਵੇਜ਼ ਹੁੰਦੀ ਹੈਗੀ ਆ। ਸੋ ਤੁਸੀਂ ਮੈਨੂੰ ਲੱਗਦਾ ਹਰੇਕ ਚੀਜ਼ਾਂ ਕੈਟਰ ਕਰ ਰਹੇ ਹੈਗੇ ਆ ਕਿ ਹਰ ਕਮਿਊਨਿਟੀ ਦੇ ਲੋਕ, ਹਰ ਏਜ ਗਰੁੱਪ ਦੇ ਲੋਕ ਜਿਹੜੇ ਹੈਗੇ ਆ ਉਹ ਰੋਟੀ ਇੰਜੋਏ ਕਰ ਸਕਣ। ਤੇ ਰੀਸੈਂਟਲੀ ਮੈਂ ਇਹ ਵੀ ਸੁਣਿਆ ਸੀਗਾ ਕਿ ਤੁਹਾਡਾ ਕਿ ਭਟੂਰਾ ਆਟਾ ਵੀ ਆਇਆ ਹੋਇਆ ਆ, ਕਿ ਭਟੂਰੇ ਛੋਲੇ ਵੀ ਅਸੀਂ ਬਹੁਤ ਖਾਂਦੇ ਹੈਗੇ ਆ ਤੇ ਉਹ ਵੀ ਅਸੀਂ ਇੰਜੋਏ ਕਰਕੇ ਖਾਂਦੇ ਆ, ਛੋਟੇ ਹੋਵੇ ਚਾਹੇ ਕੋਈ ਬਜ਼ੁਰਗ ਹੋਵੇ, ਐਵਰੀਬਡੀ ਲਾਈਕ ਕਰਦੇ ਹੈਗੇ ਭਟੂਰੇ ਖਾਣ ਨੂੰ। ਸੋ ਉਹ ਆਟਾ ਕਿਵੇਂ ਡਿਫਰੈਂਟ ਹੈਗਾ ਬਾਕੀ ਆਟਿਆਂ ਦੇ ਨਾਲ? ਸੋ ਭਟੂਰਾ ਆਟਾ ਵੀ ਸਾਡਾ ਜੀ, ਭਟੂਰਾ ਆਟਾ ਦਾ ਕਾਫੀ ਚਿਰਾਂ ਤੋਂ ਅਸੀਂ ਬਣਾਉਂਦੇ ਹੈਗੇ ਆ, ਬਟ ਇਹ ਆਟਾ ਕਿਹੜਾ ਹੈਗਾ ਮੈਦਾ ਹੁੰਦਾ। ਓਕੇ, ਇਹ ਮੈਦੇ ਦੇ ਵਿੱਚ ਮਸਾਲਾ ਪਾਇਆ ਹੁੰਦਾ ਤਾਂ ਉਹ ਫਿਰ ਉਹਦੀ ਰਾਈਜ਼ਿੰਗ ਹੋ ਜਾਵੇ, ਪ੍ਰੀ ਮਿਕਸ ਹੁੰਦੀ ਹੈ। ਸੋ ਅਸੀਂ ਪ੍ਰੀ ਮਿਕਸ ਤੁਸੀਂ ਉਹਦੇ ਵਿੱਚ ਤੁਹਾਨੂੰ ਕੁਝ
ਪਾਉਣਾ ਕੱਢਣਾ ਹੀ ਹੁੰਦਾ, ਤੁਸੀਂ ਆਪ ਹੀ ਉਹਨੂੰ ਉਹਦਾ ਡੋ ਬਣਾ ਦੇਵੋ ਐਂਡ ਯੂ ਕੈਨ ਮੇਕ ਇਟ ਲਾਈਕ ਦ ਰੈਸਟੋਰੈਂਟ ਵਿੱਚ ਭਟੂਰੇ ਹੁੰਦੇ ਆ। ਸਾਡੇ ਰੈਸਟੋਰੈਂਟ ਵੀ ਕੋਈ ਹੈਗੇ ਕਿ ਸਾਡਾ ਭਟੂਰਾ ਆਟਾ ਪੱਟਦੇ ਹੈਗੇ ਆ। ਸੋ ਇਦਾਂ ਹੈ ਕਿ ਈਜ਼ੀ ਹੋ ਗਿਆ ਹੈਗਾ ਆ ਕਿ ਕਾਫੀ ਟਾਈਮ ਲੱਗਦਾ ਹੁੰਦਾ ਸੀ ਪਹਿਲਾਂ ਕਿ ਰਾਤ ਨੂੰ ਤੁਸੀਂ ਰੱਖੋ, ਕਈ ਵਾਰ ਹੁੰਦਾ ਸੀ ਤਾਂ ਕਿੰਨੇ ਘੰਟੇ ਪਹਿਲਾਂ ਰੱਖਣਾ ਪੈਂਦਾ ਸੀ, ਹੁਣ ਰੈਡੀ ਟੂ ਗੋ ਜਿਹੜਾ ਹੈਗਾ ਉਹ ਤੁਸੀਂ ਕਰ ਦਿੱਤਾ ਹੈਗਾ। ਸੋ ਇਹ ਕਹਿ ਸਕਦੇ ਹਾਂ ਕਿ ਤੁਸੀਂ ਇਸ ਆਟੇ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਖੁਸ਼ ਕੀਤਾ ਹੈਗਾ ਆ। ਸੋ ਲੋਕਾਂ ਦੇ ਵੱਲੋਂ ਮਾਰਕੀਟ ਦੇ ਵਿੱਚੋਂ ਜਦੋਂ ਇਹ ਸਾਰੇ ਆਟੇ ਤੁਸੀਂ ਡਿਲੀਵਰ ਕੀਤੇ, ਸਾਰਿਆਂ ਤੱਕ ਪਹੁੰਚਾਏ, ਸੋ ਉਹਨਾਂ ਵੱਲੋਂ ਕੋਈ ਪੋਜ਼ਿਟਿਵ ਕੋਈ ਫੀਡਬੈਕ ਆਈ ਹੋਵੇ, ਉਹਨਾਂ ਵੱਲੋਂ ਕਿੱਦਾਂ ਦਾ ਰਿਸਪੌਂਸ ਆ ਰਿਹਾ ਹੈਗਾ? ਰਿਸਪੌਂਸ ਬਹੁਤ ਫੇਵਰੇਬਲ ਹੈਗਾ, ਸਾਰੇ ਜਾਣੇ ਬਹੁਤ ਖੁਸ਼ ਹੈਗੇ, ਸਾਰੇ ਜਾਣੇ ਕਹਿੰਦੇ ਤੇ ਸਾਨੂੰ ਇੰਡੀਆ ਵਾਂਗੂ ਫੀਲਿੰਗ ਆਉਂਦੀ ਹੈਗੀ ਆ। ਅਸੀਂ ਆ ਗਏ ਕੈਨੇਡਾ, ਬਟ ਇੰਡੀਆ ਦੇ ਕਿਹੜੀ ਫੀਲਿੰਗਸ ਹੈਗੀ, ਇੰਡੀਆ ਦੇ ਟੇਸਟ ਕਿਹੜੇ ਹੈਗੇ ਆ ਆਟੇ ਦੇ ਵਿੱਚ ਹੈਗੇ ਆ, ਆਪਸ਼ਨਸ ਬਹੁਤ ਹੈਗੀਆਂ। ਸੋ ਉਹਨਾਂ ਨੂੰ ਪਤਾ ਹੈਗਾ ਐਂਡ ਦੇ ਫੀਲ that ਅਸੀਂ ਹਮੇਸ਼ਾ ਸਿਹਤ ਦਾ ਸੋਚਦੇ ਹੁੰਦੇ ਆ, ਤਾਂ ਕਿਹੜੇ ਬੰਦੇ ਕਿਹੜੇ ਉਹਨਾਂ ਨੇ ਮੂੰਹ ਦੇ ਵਿੱਚ ਰੋਟੀ ਪਾਉਣੀ ਹੈਗੀ ਆ, ਉਹ ਤੋਂ ਜਾਨ ਵੀ ਮਿਲੇ। Right? It should be good for you. It should be healthy. You should have energy from it. So the feedback is overwhelmingly positive. ਹੀਰੋ ਆਟੇ ਨੂੰ ਵੀ 1 ਸਾਲ ਹੋ ਗਿਆ ਹੈਗਾ ਆ। ਹੀਰੋ ਆਟਾ ਦਾ ਜੇ ਅਸੀਂ ਬੈਗ ਦੇਖੀਏ ਉਹਦੇ ਉੱਤੇ ਵੀ ਇਦਾਂ ਕਿ ਸਿਹਤ ਬਣਾਓ, ਇੱਕ ਬਾਡੀ ਬਿਲਡਰ ਉੱਤੇ ਉਹਦੀ ਪਿਕਚਰ ਬਣੀ ਹੈਗੀ ਆ। ਸੋ ਹੀਰੋ ਆਟਾ ਬਾਕੀ ਆਟਿਆਂ ਦੇ ਨਾਲੋਂ ਕਿੱਦਾਂ ਡਿਫਰੈਂਟ ਹੈਗਾ, ਕਿਉਂ ਹੀਰੋ ਆਟੇ ਨੂੰ ਹੀਰੋ ਦਾ ਨਾਮ ਦਿੱਤਾ ਗਿਆ? ਸੋ ਅਸੀਂ ਮੈਨੂੰ ਬਹੁਤ ਬੰਦਿਆਂ ਨੇ ਪੁੱਛਿਆ ਹੈਗਾ ਤਾਂ ਇਹ ਕਿੱਦਾਂ ਨਾਂ ਤੁਸੀਂ ਕੱਢਿਆ ਹੈਗਾ। ਸੋ ਅਸੀਂ ਇਹ ਨਾਂ ਸਾਨੂੰ ਇੱਦਾਂ ਆਇਆ ਹੈਗਾ ਤਾਂ ਕਿਲੇ ਵੀ ਅਸੀਂ ਰੋਟੀ ਖਾਣਾ ਆਪਣੇ ਬੱਚਿਆਂ ਦੇ ਤਿਆਰ ਕਰਦੇ ਹੈਗੇ ਆ, ਅਸੀਂ ਉਹਨੂੰ ਕਹਿੰਦੇ ਤੁਸੀਂ ਮੇਰੇ ਹੀਰੋ ਆ। ਰਾਈਟ? ਤੁਸੀਂ ਬੱਚਾ ਹੋਵੇ ਬੱਚੀ ਹੋਵੇ ਉਹ ਸਾਡੇ ਹੀਰੋ ਆ, ਅਸੀਂ ਉਹਨਾਂ ਦਾ ਕੰਮ ਕਰਦੇ ਹਾਂ। ਹੁਣ ਤੁਸੀਂ ਦੇਖੋ, ਤੁਸੀਂ ਆਪਣੀ ਗਾਹ ਕਰਦੇ ਸੀ ਤੇ ਤੁਸੀਂ ਇੰਡੀਆ ਤੋਂ ਕੈਨੇਡਾ ਨੂੰ ਆਏ, ਕਾਹਤੇ ਆਏ? ਸੈਕਰੀਫਾਈਸ ਤੁਸੀਂ ਕੀਤਾ ਫॉर योर ਫਿਊਚਰ, ਫॉर योर ਕਿਡਸ ਫਿਊਚਰ। ਸੋ ਕਿਲੇ ਵੀ ਅਸੀਂ ਸੋਚਦੇ ਹੈਗੇ ਆ ਆਪਣੇ ਬੱਚਿਆਂ ਦਾ, ਵੀ ਥਿੰਕ ਅਬਾਊਟ ਦੇਅਰ ਆਰ ਹੀਰੋਜ਼। ਸੋ ਉਹ ਸੋਚ ਦੇ ਨਾਲ ਅਸੀਂ ਇਹ ਨਾਂ ਕੱਢਿਆ that ਇਹ ਆਟਾ ਕਿਹੜਾ ਹੈਗਾ, ਤੁਸੀਂ ਵਿਦਆਊਟ ਸਟ੍ਰੈਸ, ਵਿਦਆਊਟ ਵਰੀ ਤੁਸੀਂ ਆਟਾ ਆਪਣੇ ਬੱਚੇ ਨੂੰ ਖਿਲਾ ਸਕਦੇ ਹੈਗੇ ਆ ਨਾ, ਕਿੱਦਾਂ ਇਹ ਆਟਾ ਉਹਨਾਂ ਨੂੰ ਹੀਰੋ ਬਣਾਊਗਾ। that was the thought। ਕਿਉਂਕਿ ਬੱਚੇ ਅੱਜ ਕੱਲ ਰੋਟੀ ਵੱਲ ਘੱਟ ਧਿਆਨ ਦਿੰਦੇ ਹੈਗੇ ਆ, ਬਾਕੀ ਚੀਜ਼ਾਂ ਨੂੰ ਮੈਕਡੋਨਲਡਸ ਲੈ ਜਾਓ, ਕਿਤੇ ਹੋਰ ਲੈ ਜਾਓ, ਫਿਰ ਈਜ਼ੀਲੀ ਖਾ ਲੈਂਦੇ ਆ। ਰੋਟੀ ਖਵਾਉਣ ਨੂੰ ਥੋੜਾ ਸਾਨੂੰ ਟਾਈਮ ਲੱਗਦਾ ਆ। ਸੋ ਇਸ ਆਟੇ ਦੇ ਨਾਲ ਇਦਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਕਹੋਗੇ ਯੂ ਵਿਲ ਬੀ ਹੀਰੋ ਵਨ ਡੇ, ਤੇ ਤੁਸੀਂ ਉਹਨਾਂ ਨੂੰ ਫੀਡ ਕਰ ਸਕਦੇ ਆ। ਦੈਟਸ ਅ ਗੁੱਡ ਥਾਟ ਬਿਹਾਈਂਡ ਇਟ। ਤੇ ਮਿਸਟਰ ਗਿਲਨ, ਹੁਣ ਆਪਾਂ ਬ੍ਰੇਕ ਲਾ ਲੈਂਦੇ ਆ, ਬ੍ਰੇਕ ਤੋਂ ਬਾਅਦ ਫਿਰ ਅਗਲੀ ਜਾਣਕਾਰੀ ਤੁਹਾਡੇ ਤੋਂ ਲੈਂਦੇ ਆ। ਸ਼ੋਰ। ਸੋ ਅੱਜ ਗੱਲਬਾਤ ਹੋ ਰਹੀ ਹੈ ਮਿਲਸਟ੍ਰੀਮ ਦੇ ਪ੍ਰੈਜ਼ੀਡੈਂਟ ਮਿਸਟਰ ਜੈਕ ਗਿਲਨ ਦੇ ਨਾਲ। ਇਹਨਾਂ ਦੇ ਨਾਲ ਹੋਰ ਗੱਲਬਾਤ ਕਰਾਂਗੇ, ਪਰ ਵੇਲਾ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ। ਵੀ ਵਿਲ ਬੀ ਰਾਈਟ ਬੈਕ ਆਫਟਰ ਅ ਸ਼ਾਰਟ ਬ੍ਰੇਕ। ਵੈਲਕਮ ਬੈਕ ਆਫਟਰ ਅ ਸ਼ਾਰਟ ਬ੍ਰੇਕ। ਯੂ ਆਰ ਵਾਚਿੰਗ ਸਾਂਝਾ ਟੀਵੀ। ਸਾਂਝਾ ਟੀਵੀ ਦੇ ਉੱਤੇ ਅੱਜ ਖਾਸ ਮੁਲਾਕਾਤ ਹੋ ਰਹੀ ਹੈ ਮਿਸਟਰ ਜੈਕ ਗਿਲਨ ਦੇ ਨਾਲ। ਮਿਲਸਟ੍ਰੀਮ ਆਟਾ ਤੋਂ ਨੇ ਤੇ ਮਿਲਸਟ੍ਰੀਮ ਆਟੇ ਦੇ ਬਾਰੇ ਦੱਸ ਰਹੇ ਨੇ ਕਿ ਕੀ ਖੂਬੀਆਂ ਨੇ ਆਟੇ ਦੇ ਲਈ, ਕਿਉਂਕਿ ਇਹਨਾਂ ਦਾ ਇਹ ਕਹਿਣਾ ਹੈ ਕਿ ਮਿਲਸਟ੍ਰੀਮ ਦਾ ਆਟਾ ਖਾਓ ਤੇ ਸਿਹਤ ਬਣਾਓ, ਤੇ ਇਹ ਦੱਸ ਰਹੇ ਨੇ ਕਿ ਕਿੱਦਾਂ ਆਟਾ ਖਾ ਕੇ ਵੀ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਮਿਸਟਰ ਗਿਲਨ, ਜਿੱਦਾਂ ਆਪਾਂ ਗੱਲ ਕੀਤੀ ਸੀ ਕਿ ਆਟਾ ਖਾ ਕੇ ਵੀ ਅਸੀਂ ਜਿਹੜੀ ਸਿਹਤ ਬਣਾ ਸਕਦੇ ਹੈਗੇ ਆ, ਕਿਉਂਕਿ ਅਸੀਂ ਐਂ ਵੀ ਨਹੀਂ ਕਹਿ ਸਕਦੇ ਹਾਈ ਮੈਂ ਰੋਟੀ ਖਾਣੀ ਆ, ਕਿਉਂਕਿ ਜਿਹੜੇ ਰੋਟੀ ਨੂੰ ਪਿਆਰ ਕਰਦੇ ਆ ਉਹ ਨਹੀਂ ਛੱਡ ਸਕਦੇ ਰੋਟੀ ਨੂੰ। ਅਸੀਂ ਸਾਡੀ ਇੱਕ ਮੀਲ ਦੇ ਵਿੱਚ ਰੋਟੀ ਹੋਣੀ ਚਾਹੀਦੀ ਹੈ, ਚਾਹੇ ਅਸੀਂ ਇੱਕ ਰੋਟੀ ਹੀ ਖਾਈਏ, ਹੈ। ਸੋ ਇਹ ਨਹੀਂ ਕਿ ਆਟੇ ਦੀ ਅਸੀਂ ਰੋਟੀ ਬਣਾਉਂਦੇ ਆ। ਸੋ ਆਟੇ ਜਿਹੜੇ ਹੈਗੇ ਆ ਉਹ ਅਸੀਂ ਬੇਕਿੰਗ ਦੇ ਲਈ ਵੀ ਯੂਜ਼ ਕਰਦੇ ਹੈਗੇ ਆ। ਸੋ ਬਹੁਤ ਚੀਜ਼ਾਂ ਨੇ ਜਿਹੜੇ ਸਾਡੇ ਪਾਰਟ ਆਫ ਲਾਈਫ ਹੈਗਾ ਆਟਾ, ਜਿਹੜਾ ਅਸੀਂ ਇਹਦੇ ਤੋਂ ਬਿਨਾਂ ਰਹਿ ਨਹੀਂ ਸਕਦੇ। ਸੋ ਮਿਲਸਟ੍ਰੀਮ ਦੀ ਅਸੀਂ ਗੱਲ ਕਰ ਰਹੇ ਸੀ ਕਿ ਮਿਲਸਟ੍ਰੀਮ ਕਿੱਦਾਂ ਬਣਿਆ, ਕਿਵੇਂ ਉਹਦੀ ਹਿਸਟਰੀ ਸੀਗੀ। ਹੀਰੋ ਆਟੇ ਦੀ ਵੀ ਗੱਲ ਕੀਤੀ ਹੈ। ਹੋਰ ਪ੍ਰੋਡਕਟ ਵੀ ਤੁਹਾਡੇ ਮੈਨੂੰ ਲੱਗਦਾ ਮਾਰਕੀਟ ਦੇ ਵਿੱਚ ਲਾਂਚ ਹੋਣ ਵਾਲੇ ਹੋਣੇ ਆ, ਪਰ ਹੁਣ ਕੋਵਿਡ-19 ਦੀ ਸਿਚੁਏਸ਼ਨ ਆ ਰਹੀ ਹੈਗੀ ਹੈ ਕਿ ਕੋਵਿਡ-19 ਦੇ ਕਰਕੇ ਤੁਹਾਡੇ ਬਿਜ਼ਨਸ ਦੇ ਨੂੰ ਕੋਈ ਫਰਕ ਪਿਆ ਹੈਗਾ ਓਵਰਆਲ, ਕਿਉਂਕਿ ਵਰਕਰਸ ਕੰਮ ਤੇ ਨਹੀਂ ਆ ਰਹੇ ਹੈਗੇ। ਇੱਕ ਆਟਾ ਵੀ ਇੱਕ ਇਦਾਂ ਦਾ ਕੰਮ ਹੈਗਾ ਹੈ ਕਿ ਤੁਹਾਨੂੰ ਬਹੁਤ ਸਾਰਾ ਹਾਈਜੀਨ ਦੇ ਨਾਲ ਬਣਾਉਣਾ ਪੈਂਦਾ, ਕਿਉਂਕਿ ਲੋਕਾਂ ਨੇ ਉਹਨੂੰ ਫਿਰ ਬਣਾ ਕੇ ਖਾਣਾ ਵੀ ਹੈਗਾ ਹੈ। ਸੋ ਕੀ ਇੰਪੈਕਟ ਪੈ ਰਿਹਾ ਕੋਵਿਡ-19 ਦਾ? ਇੰਪੈਕਟ ਬਹੁਤ ਕਹਿ ਦੋ ਯੂਨੀਕ ਐਂਡ ਡਿਫਰੈਂਟ ਪਿਆ ਹੈਗਾ। ਆਈ ਥਿੰਕ ਇੱਦਾਂ ਦੇ ਇਵੈਂਟ ਸਾਡੀ ਜ਼ਿੰਦਗੀ ਦੇ ਵਿੱਚ ਪਹਿਲਾਂ ਕਦੀ ਆਇਆ ਨੇ, ਨਾਲੇ ਗਾਂ ਹੋਣਾ ਵੀ ਨਹੀਂ ਹੈਗਾ, ਨਾ ਹੀ ਹੋਵੇ। ਓਕੇ, ਮੈਨੂੰ ਪਤਾ ਕਦੇ ਸਪਟੈਂਬਰ 11 ਤੇ ਅਟੈਕ ਹੋਏ ਸੀ, ਐਂਡ ਉਦੋਂ ਵੀ ਬਹੁਤ ਕਹਿੰਦੇ ਧਰਤੀ ਹਿੱਲੀ ਸੀ, ਬਟ ਹਫ਼ਤੇ 2 ਹਫ਼ਤੇ ਮਗਰੋਂ ਚੀਜ਼ਾਂ ਬੈਕ ਟੂ ਨੋਰਮਲ ਹੋ ਗਈਆਂ ਸੀ। ਬਟ ਦਿਸ ਟਾਈਮ ਅਰਾਊਂਡ
ਇਹ ਕਿਹੜਾ ਇੰਪੈਕਟ ਕਿਹੜਾ ਹੈਗਾ ਵਰਲਡ ਵਾਈਡ ਇੰਪੈਕਟ ਹੈਗਾ ਨਾ ਪਰਸਨਲ ਇੰਪੈਕਟ ਕਿਹੜਾ ਹੈਗਾ ਪਰਸਨਲ ਲੈਵਲ ਤੇ ਇਹ ਕਾਫੀ ਮਹੀਨਿਆਂ ਲਈ ਹਾਲੇ ਚੱਲਣਾ ਹੈਗਾ ਮੇਰੇ ਅੰਦਾਜ਼ੇ ਨਾਲ ਆਈ ਥਿੰਕ ਬੈਕ ਟੂ ਨੋਰਮਲ ਮੇਬੀ ਸਮਰ ਲੇਟ ਸਮਰ ਆਫ 2021 ਦੇ ਵਿੱਚ ਸਾਲ ਤੋਂ ਉੱਪਰ ਲੱਗ ਜਾਣਾ ਆਈ ਥਿੰਕ ਸੋ ਪਰਸਨਲੀ ਸਾਡੇ ਕਿੱਦਾਂ ਇੰਪੈਕਟ ਹੋਇਆ ਇੱਕ ਤਾਂ ਆਈ ਥਿੰਕ ਦੈਟ ਬੰਦਿਆਂ ਨੂੰ ਪਰਸਨਲੀ ਪਰੇਸ਼ਾਨੀ ਬਹੁਤ ਆਈ ਮੈਂਟਲ ਸਟ੍ਰੈਸ ਵੱਧ ਗਿਆ ਓਕੇ ਐਂਡ ਉਹ ਕਿਹੜਾ ਘਰ ਦਾ ਸਟ੍ਰੈਸ ਕਿਹੜਾ ਹੈਗਾ ਉਹ ਕੰਮ ਤੇ ਵੀ ਆਉਂਦਾ ਇੱਕ ਦੂਜੇ ਨੂੰ ਕਹਿ ਦੋ ਉਹਦਾ ਸਿਹਤ ਕਹਿ ਦੋ ਸਾਰਿਆਂ ਦੀ ਸਹੀ ਹੈਗੀ ਆ ਹਾਲੇ ਵੀ ਨੌਕ ਔਨ ਵਰਡ ਸਾਡੇ ਸਾਰੇ ਬੰਦਿਆਂ ਦੀ ਸਿਹਤ ਠੀਕ ਰਹੀ ਵਧੀਆ ਰਹੀ ਬਾਕੀ ਦੀ ਮੈਂਟਲ ਟੈਨਸ਼ਨ ਮੈਂਟਲ ਸਟ੍ਰੈਸ ਕਿਹੜਾ ਹੈਗਾ ਉਹ ਵੱਧ ਗਿਆ ਇੱਕ ਬਹੁਤ ਚੀਜ਼ ਤੋਂ ਇੱਕ ਪੁਆਇੰਟ ਤੋਂ ਬਹੁਤ ਕਹਿ ਦੋ ਸਮਟਾਈਮਸ ਸਿੰਪਲ ਚੀਜ਼ਾਂ ਤੋਂ ਇੰਪੈਕਟ ਹੋਣ ਲੱਗ ਪੈਂਦਾ ਫੋਰ ਐਗਜ਼ਾਮਪਲ ਹੁਣ ਸਾਡੇ ਸਾਡੇ EMPLOYEES ਕਿਹੜੇ ਹੈਗੇ ਉਹ ਟਰੈਵਲ ਕਰਦੇ ਬਾਈ ਪਬਲਿਕ ਟ੍ਰਾਂਜ਼ਿਟ ਪਬਲਿਕ ਟ੍ਰਾਂਜ਼ਿਟ ਦੇ ਵਿੱਚ ਕਾਫੀ ਰਿਸਟ੍ਰਿਕਸ਼ਨਸ ਹੋ ਗਈਆਂ ਕਿੰਨੀਆਂ ਹੈਗੀਆਂ ਬੱਸਿਸ ਕਿੰਨੀ ਹੈਗੀਆਂ ਉਹਨਾਂ ਦੀ ਕਿਹੜੀ ਕੈਪੈਸਿਟੀ ਹੈਗੀ ਉਹਨੇ ਘਟਾ ਦਿੱਤੀ ਫਿਰ ਲੋਕ ਅਲੱਗ-ਅਲੱਗ ਬੈਠੇ ਸੋ ਇਹਦੇ ਵਿੱਚ ਸਾਡੀ ਕਿਹੜੀ ਹੈਗੀ ਹੈ ਸਪਲਾਈ ਚੇਨ ਨੂੰ ਅਫੈਕਟ ਪਿਆ ਹੈਗਾ ਕਿ ਸਾਡੇ ਕਿਹੜੇ ਪੀਪਲ ਕਿਹੜੇ ਕੰਮ ਨੂੰ ਆਉਂਦੇ ਹੈਗੇ ਆ ਉਹਨਾਂ ਨੂੰ ਪਹਿਲਾਂ ਤਾਂ ਸਟ੍ਰੈਸ ਦੇ ਨਾਲ ਆਉਂਦੇ ਹੈਗੇ ਆ ਫਿਰ ਉਹ ਸਟ੍ਰੈਸ ਨੂੰ ਕਿੱਦਾਂ ਅਸੀਂ ਕੰਟਰੋਲ ਕਰਨਾ ਉਹਨੂੰ ਕਿੱਦਾਂ ਉਹਨੂੰ ਲੋਅਰ ਕਰਨਾ ਕਿੱਦਾਂ ਉਹਨੂੰ ਕੌਨਫੀਡੈਂਸ ਦੇਣਾ ਸਪੋਰਟ ਦੇਣਾ ਫਿਰ ਅਸੀਂ ਕੋਈ EMPLOYEES ਹੈਗੇ ਆ ਅਸੀਂ ਆਪ ਉਹਨੂੰ ਜਾ ਕੇ ਚੱਕਦੇ ਹੈਗੇ ਆ ਘਰੋਂ ਤੋਂ ਛੱਡਦੇ ਹੈਗੇ ਉਹਨਾਂ ਨੂੰ ਕਿਹੜੇ ਮੌਕਾ ਹੁੰਦਾ ਕਿਹੜੇ ਸਿਚੁਏਸ਼ਨ ਹੁੰਦੀ ਹੈ ਸਾਡੇ ਬੱਸਿਸ ਪਬਲਿਕ ਟ੍ਰਾਂਸਪੋਰਟ ਚੱਲਦੀ ਨੇ these types of ਕਹਿ ਦੋ everyday simple mundane ਚੀਜ਼ਾਂ ਕਿ ਨਹੀਂ ਹੈ ਸਾਨੂੰ ਇੰਪੈਕਟ ਕਰਨ ਲੱਗ ਪਈਆਂ ਹੈਗੀਆਂ ਮਗਰੋਂ ਕਿਲੇ ਸਾਡੀ ਸਪਲਾਈ ਮਗਰੋਂ ਆਉਂਦੀ ਹੈ ਸਮਟਾਈਮਸ ਟਰੱਕਾਂ ਤੇ ਹੁਣ ਅਸੀਂ ਕਣਕ ਲੈਂਦੇ ਹੈਗੇ 50 ਟਨ ਪਰ ਟਰੱਕ ਸਾਡਾ ਆਉਂਦਾ ਹੈਗਾ every second or third day ਕਣਕ ਦਾ ਟਰੱਕ ਸਾਡੇ ਆਉਂਦਾ ਹੈਗਾ ਸਮਟਾਈਮਸ ਉਹ ਡਿਲੇ ਹੋ ਜਾਂਦਾ ਰਸਤੇ ਦੇ ਵਿੱਚ ਡਰਾਈਵਰਸ ਨੂੰ ਕਹਿ ਦੋ ਹੈਲਥ ਦਾ ਨਾ ਵੀ ਹੋਵੇ ਰਿਸਟ੍ਰਿਕਸ਼ਨਸ ਕਹਿ ਦੋ ਐਵਰੀਡੇ ਕਿਹੜੀਆਂ ਚੀਜ਼ਾਂ ਕਿਹੜੀਆਂ ਅਸੀਂ ਵੀ ਟੇਕ ਫॉर ਗ੍ਰਾਂਟਡ ਉਹ ਚੀਜ਼ਾਂ ਸਾਨੂੰ ਕਹਿ ਚੈਲੰਜਸ ਪਾਉਣ ਲੱਗ ਪਈਆਂ ਰਾਈਟ ਹੁਣ ਰਸਤੇ ਦੇ ਵਿੱਚ ਡਰਾਈਵਰਸ ਨੂੰ ਰੈਸਟੋਰੈਂਟ ਨੇ ਖੜੇ ਹੋ ਸਕਦੇ ਕੋਈ ਜਗ੍ਹਾ ਉਹ ਡਰਾਈਵ ਥਰੂ ਹੀ ਜਾ ਸਕਦੇ ਆ ਡਰਾਈਵ ਥਰੂ ਦੇ ਵਿੱਚ ਟਰੱਕ ਨਹੀਂ ਜਾਂਦਾ ਹੁਣ ਜਸਟ ਰੀਸੈਂਟਲੀ ਲੈਂਗ ਦੇ ਵਿੱਚ ਇੱਕ ਡਰਾਈਵਰ ਸੀ ਕਿ ਉਹ ਪੈਦਲ ਜਾਂਦਾ ਸੀ ਡਰਾਈਵ ਥਰੂ ਦੇ ਵਿੱਚ ਉਹਨੂੰ ਸਰਵਿਸ ਨਹੀਂ ਦਿੰਦੇ ਸੀ ਤੇ ਤੈਨੂੰ ਗੱਡੀ ਖੜਨੀ ਪੈਣੀ ਡਰਾਈਵ ਥਰੂ ਦੇ ਵਿੱਚ ਕਹਿੰਦਾ ਮੈਂ ਹੁਣ ਟਰੱਕ ਦਾ ਡਰਾਈਵ ਥਰੂ ਦੇ ਵਿੱਚ ਲੈ ਕੇ ਜਾਵਾਂ ਰਾਈਟ ਸੋ ਥੀਸ ਲਿਟਲ ਚੈਲੰਜਸ ਡੇ ਟੂ ਡੇ ਅਸੀਂ ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟ ਲੈਣ ਜਾਂਦੇ ਆ ਮੁੱਕਿਆ ਹੁੰਦਾ ਸੈਨੀਟਾਈਜ਼ਰ ਨੇ ਪੂਰਾ ਮੈਂ ਉਹਦਾ ਫੇਸ ਮਾਸਕ ਅਸੀਂ ਬੰਦੇ ਸਾਡੇ ਵੇਅਰ ਕਰਦੇ ਪਹਿਲਾਂ ਵੀ ਵੇਅਰ ਕਰਦੇ ਸੀ ਸਾਡੇ ਸਟੈਂਡਰਡਸ ਆਲਰੇਡੀ ਹਾਈ ਸੀ ਬਟ ਸਾਡੇ ਫੇਸ ਮਾਸਕ ਪਾਉਣੇ ਗਲਵਸ ਪਾਉਣੇ ਹੈਗੇ ਪੂਰੀ ਹਾਈਜੀਨ ਹੋਣੀ ਆ ਪਰ ਉਹ ਕਿੰਨੀ ਸਾਰੀਆਂ ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟ ਕਿਹੜਾ ਹੈਗਾ ਕਿਹੜਾ ਪਹਿਲਾਂ ਰੈਡਲੀ ਮਿਲ ਜਾਂਦਾ ਸੀ ਹੁਣ ਮਿਲਦਾ ਨੇ ਰਾਈਟ ਸੋ ਥੀਸ ਆਲ ਕਾਜ਼ ਅ ਸਲੋ ਡਾਊਨ ਇਨ ਪ੍ਰੋਡਕਸ਼ਨ ਓਕੇ ਸੋ ਸਮਟਾਈਮਸ ਤੁਹਾਨੂੰ ਸ਼ੈਲਫ ਦੇ ਵਿੱਚ ਤੁਸੀਂ ਜਾਓ ਚੀਜ਼ਾਂ ਹੈਗੀਆਂ ਨੇ ਇਹ ਨਹੀਂ ਹੈਗਾ ਤਾਂ ਖਾਣਾ ਮੁੱਕ ਗਿਆ ਜਾਂ ਆਟਾ ਨੇ ਹੈਗਾ ਜਾਂ ਕਹਿ ਦੋ ਦੁੱਧ ਨੇ ਹੈਗਾ ਜਾਂ ਹੋਰ ਆਈਟਮਸ ਨੇ ਹੈਗੀਆਂ ਉਹ ਹੈਗੀਆਂ ਇਟ ਜਸਟ ਟੇਕਿੰਗ ਟਾਈਮ ਟੂ ਗੈਟ ਟੂ ਦ ਸ਼ੈਲਫਸ ਬਿਕਾਜ਼ ਆਫ ਥੀਸ ਲਿਟਲ ਮਾਈਨਰ ਇਰੀਟੈਂਟਸ ਅਸੀਂ ਸੱਚੀ ਤੁਸੀਂ ਜਿੱਦਾਂ ਕਿਹਾ ਕਿ ਅਸੀਂ ਗ੍ਰਾਂਟਡ ਲੈ ਲੈਂਦੇ ਸੀ ਚੀਜ਼ਾਂ ਨੂੰ ਕਿ ਕੋਈ ਨਾ ਫਿਰ ਕੀ ਆ ਛੋਟੀਆਂ ਜਿਹੀਆਂ ਚੀਜ਼ਾਂ ਹੈਗੀਆਂ ਨੇ ਪਰ ਹੁਣ ਸਾਨੂੰ ਉਹਨਾਂ ਦੀ ਵੈਲਿਊ ਦਾ ਪਤਾ ਲੱਗਣ ਲੱਗ ਗਿਆ ਹੈਗਾ ਆ ਕਿ ਛੋਟੀਆਂ ਛੋਟੀਆਂ ਚੀਜ਼ਾਂ ਦੀ ਸਾਡੀ ਲਾਈਫ ਦੇ ਵਿੱਚ ਕੀ ਵੈਲਿਊ ਹੈਗੀ ਆ ਇਹ ਪਹਿਲਾਂ ਸਾਡੇ ਪਾਰਟ ਆਫ ਲਾਈਫ ਬਣ ਗਿਆ ਸੀ ਕਿ ਸਭ ਕੁਝ ਹੋ ਹੀ ਜਾਂਦਾ ਆ ਟਾਈਮ ਦੇ ਨਾਲ ਹੋ ਹੀ ਜਾਂਦਾ ਆ ਪਰ ਹੁਣ ਸਾਨੂੰ ਪਤਾ ਹੈ ਕਿ ਡਿਲੇ ਹੋ ਜਾਵੇ ਤਾਂ ਅਸੀਂ ਕੰਮ ਕਿਵੇਂ ਕਰਨਾ ਹੈਗਾ ਅਸੀਂ ਡਿਫਰੈਂਟ ਸਿਚੁਏਸ਼ਨਸ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਹੁਣ ਤੁਸੀਂ ਵੀ ਇਸ ਸਿਚੁਏਸ਼ਨ ਦੇ ਵਿੱਚ ਕਮਿਊਨਿਟੀ ਦਾ ਸਾਥ ਦੇ ਰਹੇ ਹੈਗੇ ਕਮਿਊਨਿਟੀ ਦੇ ਵਿੱਚ ਉਹਨਾਂ ਨੂੰ ਜੇ ਤੁਸੀਂ ਖਾਣ ਦੇ ਲਈ ਚੀਜ਼ਾਂ ਸਪਲਾਈ ਕਰ ਰਹੇ ਸੀ ਤੇ ਨਾਲ ਨਾਲ ਹੁਣ ਉਹਨਾਂ ਦੇ ਲਈ ਜਿਨ੍ਹਾਂ ਦੇ ਕੋਲ ਨਹੀਂ ਰਾਸ਼ਨ ਹੈਗਾ ਉਹਨਾਂ ਦੇ ਤੱਕ ਵੀ ਪਹੁੰਚਾ ਰਹੇ ਹੈਗੇ ਸੋ ਕਿਤੇ ਕਿਤੇ ਹੈਲਪ ਜਿਹੜੀ ਹੋ ਰਹੀ ਹੈ ਮਿਲ ਸਟਰੀਮ ਦੇ ਵੱਲੋਂ ਹੈਲਪ ਤਾਂ ਅਸੀਂ ਹਮੇਸ਼ਾ ਆਲ ਦ ਟਾਈਮ ਰੈਡੀ ਸੀ ਐਂਡ ਹਾਲੇ ਵੀ ਰੈਡੀ ਹੈਗੇ ਮੈਂ ਤੈਨੂੰ ਕੋਈ ਐਗਜ਼ਾਮਪਲ ਦਿੰਦਾ ਕਿੱਥੇ ਅਸੀਂ ਪਾਰਟਿਸਿਪੇਸ਼ਨ ਲਿਆ ਹੈਗਾ ਪਰ ਇੱਕ ਗੱਲ ਮੈਂ ਸਾਈਡ ਟਰੈਕ ਤੇ ਮਾੜਾ ਜਿਹਾ ਜਾਣਾ ਹੈ ਕਿ ਤੁਸੀਂ ਮੈਨੂੰ ਰਿਮਾਈਂਡ ਕੀਤਾ ਤੇ ਅਸੀਂ ਚੀਜ਼ਾਂ ਗ੍ਰਾਂਟਡ ਲੈ ਲੈਂਦੇ ਹੈਗੇ ਆ ਯੂ ਨੋ ਕਹਿੰਦੇ ਹੁੰਦੇ ਆ ਦੈਟ ਸਾਡੇ ਫੋਰਫਾਦਰਸ ਕਹਿੰਦੇ ਹੁੰਦੇ ਸੀ ਉਹ ਇੰਨੇ ਤਕੜੇ ਹੁੰਦੇ ਸੀ ਇੰਨੇ ਉਹਨਾਂ ਦੀ ਕਹਿ ਦੋ ਕੌਨਫੀਡੈਂਸ ਹੁੰਦਾ ਸੀ ਜਾਂ ਇੰਨੇ ਉਹ ਕਹਿ ਦੋ ਨਿੱਕੀ ਜਿਹੀ ਗੱਲ ਤੋਂ ਉਹ ਮਹਿਸੂਸ ਨਹੀਂ ਕਰਦੇ ਹੁੰਦੇ ਸੀ ਸਾਨੂੰ ਕੀ ਹੁੰਦਾ ਰਾਈਟ ਸਟਰੋਂਗ ਇੰਨੇ ਹੁੰਦੇ ਸੀ ਰਾਈਟ
ਮੈਂ ਹੁਣ ਕੁਝ ਕਹਿਣ ਲੱਗਾ ਨਾ, ਹੋਪ ਯੂ ਡੋਂਟ ਟੇਕ ਇਟ ਦ ਰੋਂਗ ਵੇ, ਆ ਕਿਹੜਾ ਕੋਵਿਡ ਆਇਆ ਹੈਗਾ ਇਹਦੇ ਵਿੱਚ ਕੋਈ ਫਾਇਦਾ ਵੀ ਹੈਗਾ। ਓਕੇ, ਇਹਦੇ ਵਿੱਚ ਫਾਇਦਾ ਹੈਗਾ ਤਾਂ ਸਾਨੂੰ ਇਹ ਜ਼ਿਆਦਾ ਸਟਰੋਂਗ ਬਣਾਉਣਾ ਇਹਨੇ ਸਾਨੂੰ। ਓਕੇ, ਉਹ ਕਿਹੜੀਆਂ ਦਿੱਕਤਾਂ ਚੈਲੰਜਸ ਸਾਡੇ ਬਜ਼ੁਰਗਾਂ ਨੇ ਦੇਖੀਆਂ ਹੈਗੀਆਂ, ਅਸੀਂ ਤਾਂ ਦੇਖੀਆਂ ਨੇ, ਰਾਈਟ। ਹੁਣ ਮੈਨੂੰ ਪਤਾ ਸਟੋਰੀਜ਼ ਸਾਡੇ ਬਾਬੇ ਨਾਨੇ, ਮੇਰੇ ਹੁਣ ਦਾ ਨਾਨਾ ਨਾਨੀ ਕਿਹੜੇ ਸੀ, ਨਾਨਾ ਸਾਡਾ ਸੀ ਉਹ ਪਾਕਿਸਤਾਨ ਦੇ ਸੀ। ਓਕੇ, 1947 ਦੇ ਵਿੱਚ ਕਿੱਲੇ ਉਹ ਆਏ ਇੰਡੀਆ ਨੂੰ, ਕਿੰਨੀਆਂ ਉਹਨਾਂ ਨੇ ਡਿਫਿਕਲਟੀਆਂ ਦੇਖੀਆਂ। ਬਾਕੀ ਸਾਡੇ ਦੋਸਤ ਮਿੱਤਰ ਪਾਕਿਸਤਾਨੀ ਵੀ ਬਹੁਤ ਹੈਗੇ ਆ, ਉਹਨਾਂ ਦੀਆਂ ਸਟੋਰੀਆਂ, ਉਹਨਾਂ ਦੇ ਬਾਬਿਆਂ ਤੋਂ ਨਾਨਿਆਂ ਤੋਂ ਸਟੋਰੀਜ਼ ਸੁਣੀ ਦੇ ਕਿੱਲੇ ਉਹ ਪਾਕਿਸਤਾਨ, ਇੰਡੀਆ ਤੋਂ ਪਾਕਿਸਤਾਨ ਨੂੰ ਗਏ, ਉਹਨੂੰ ਕਿੰਨੀਆਂ ਮੁਸ਼ਕਲਾਂ ਦੇਖੀਆਂ ਉਹਨਾਂ ਨੇ। ਫਿਰ ਲੜਾਈਆਂ ਹੋਈਆਂ ਦੁਨੀਆ ਦੇ ਵਿੱਚ, World War I, World War II ਹੋਈਆਂ, ਇੱਦਾਂ ਦੀਆਂ ਚੀਜ਼ਾਂ ਅਸੀਂ ਤਾਂ ਦੇਖੀਆਂ ਨੇ, ਰਾਈਟ। ਅਸੀਂ ਅਪਰੀਸ਼ੀਏਟ ਨਹੀਂ ਕਰਦੇ ਸਭ ਕੁਝ, ਇੰਨਾ ਕੁਛ ਹੈਗਾ। You only appreciate something when you lose it. ਹੁਣ ਕੋਈ ਚੀਜ਼ਾਂ ਸਾਡੀ ਪਰਸਨਲ, ਕੋਈ ਫਰੀडम ਸਾਡੀਆਂ ਘੱਟ ਗਈਆਂ ਹੈਗੀਆਂ, ਸਾਡੀ ਮੋਬਿਲਿਟੀ ਘੱਟ ਗਈ ਹੈਗੀ ਆ। ਓਕੇ, ਸਿੰਪਲ ਥਿੰਗਸ ਲਾਈਕ that ਇਹ ਕੋਵਿਡ ਨੇ ਸਾਨੂੰ ਰਿਮਾਈਂਡ ਕਰਦਾ ਹੈਗਾ that ਇਹ ਚੀਜ਼ਾਂ ਅਸੀਂ we shouldn't take them for granted. We should appreciate them. Okay, and ਸਾਡੇ ਕੋਲ ਹੁਣ ਮੌਕਾ ਹੈਗਾ, ਸਾਨੂੰ ਕਹਿ ਦੋ we should not sit back and say yeah ਮੈਨੂੰ ਆਹ ਹੋ ਗਿਆ, ਮੈਨੂੰ ਉਹ ਹੋ ਗਿਆ। Instead we should say that ਮੈਂ ਹੋਰ ਕਿਸੇ ਦਾ ਕੀ ਕਰ ਸਕਦਾ, what ਸੇਵਾ can I do for someone। ਅਸੀਂ ਕੋਵਿਡ ਤੋਂ ਪਹਿਲਾਂ ਵੀ ਕਮਿਊਨਿਟੀ ਵਿੱਚ ਇਨਵੋਲਵ ਸੀ। ਹੁਣ ਇੱਕ ਵੱਡੀ ਆਰਗੇਨਾਈਜੇਸ਼ਨ ਹੈਗੀ ਆ ਬ੍ਰੈਕਫਾਸਟ ਕਲੱਬ ਆਫ ਕੈਨੇਡਾ, ਸਾਨੂੰ ਉਹਦਾ ਨਾਲ ਇਨਵੋਲਵਮੈਂਟ ਸਾਡੀ ਹੋ ਗਈ, ਉਹਦਾ ਨਾਲ several years ਹੋ ਗਏ ਆ। It's an organization that throughout Canada, ਬ੍ਰੈਕਫਾਸਟ ਕਲੱਬ ਆਫ ਕੈਨੇਡਾ, ਉਹਨਾਂ ਨੇ ਇੱਕ ਸਿਚੁਏਸ਼ਨ, ਇੱਕ ਪ੍ਰੋਬਲਮ ਦੇਖੀ ਸੀ ਬਹੁਤ ਚਿਰਾਂ ਤੋਂ ਪਹਿਲਾਂ, that ਸਾਡੇ ਬੱਚੇ ਕੋਈ ਸਕੂਲਾਂ ਨੂੰ ਭੁੱਖੇ ਜਾਂਦੇ ਆ। ਓਕੇ, ਇਸ ਕੰਟਰੀ ਦੇ ਵਿੱਚ ਕੋਈ ਬੱਚੇ ਸਕੂਲਾਂ ਨੂੰ ਭੁੱਖੇ ਜਾਂਦੇ ਆ। ਉਹਨਾਂ ਨੇ ਫਿਰ ਕੀ ਕੀਤਾ, ਉਹਨਾਂ ਨੇ ਕਿਚਨਾਂ ਲਾਈਆਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਖਿਲਾਉਣ ਨੂੰ। ਦੈਟ ਉਹਨਾਂ ਪੜ੍ਹਨਾ ਕੀ ਹੈਗਾ ਜੇ ਉਹਨਾਂ ਦੇ ਢਿੱਡ ਦੇ ਵਿੱਚ ਕੁਛ ਹੈਗਾ, ਸਿਰ ਦੇ ਵਿੱਚ ਕੀ ਪੈਣਾ, ਦਿਮਾਗ ਦੇ ਵਿੱਚ ਕੀ ਪੈਣਾ ਜਦ ਢਿੱਡ ਖਾਲੀ ਹੈਗਾ। ਸੋ ਉਹ ਆਰਗੇਨਾਈਜੇਸ਼ਨ ਦੇ ਵਿੱਚ ਅਸੀਂ ਕੰਟਰੀਬਿਊਟ ਕਰਦੇ ਆਪਣਾ ਸਮਾਨ ਐਂਡ ਆਪਣਾ ਟਾਈਮ। Okay, the biggest value is ਇਹਨੂੰ ਤੁਸੀਂ ਉਹਨਾਂ ਨੂੰ ਆਟਾ ਦੇ ਦਿਓ, ਹੋਰ ਅਸੀਂ ਦਲੀਆ ਬਣਾਉਂਦੇ ਹੈਗੇ, ਸੂਜੀ ਬਣਾਉਂਦੇ ਹੈਗੇ, ਪੈਨਕੇਕ ਮਿਕਸ ਬਣਾਉਂਦੇ ਹੈਗੇ, ਸਾਰੇ ਇੱਕ ਵੈਸਟਰਨ ਆਈਟਮਸ ਕਾਫੀ ਹੈਗੀਆਂ, ਅਸੀਂ ਉਹਨੂੰ ਡੋਨੇਟ ਕਰਦੇ ਹਾਂ। ਪਰ ਅਸੀਂ ਆਪਣਾ ਟਾਈਮ ਵੀ ਡੋਨੇਟ ਕਰਦੇ, ਅਸੀਂ ਜਾ ਕੇ ਉੱਥੇ ਕਿਚਨ ਵਿੱਚ ਵਾਲੰਟੀਅਰ ਕੰਮ ਕਰਦੇ ਹਾਂ। ਓਕੇ, ਸਾਡੇ EMPLOYEES they're paid, ਅਸੀਂ ਉਹਨੂੰ ਪੈਸੇ, ਤੁਸੀਂ ਅੱਜ ਤੋਂ ਤੁਹਾਡੀ ਜੌਬ ਫੈਕਟਰੀ ਦੇ ਵਿੱਚ, ਹੁਣ ਤੁਸੀਂ ਸਕੂਲ ਨੂੰ ਜਾਣਾ, ਉੱਥੇ ਜਾ ਕੇ ਤੁਸੀਂ ਸੇਵਾ ਕਰਨੀ ਆ। Okay, so this is ਅਸੀਂ ਇਹ participation ਅਸੀਂ ਬਹੁਤ ਸਾਲਾਂ ਤੋਂ ਲੈਂਦੇ ਹੈਗੇ ਆ। ਹੁਣ ਕੋਵਿਡ ਕਰਕੇ ਇਹਦੇ ਵਿੱਚ ਅਸੀਂ ਸਾਡਾ ਹੋਰ ਮੌਕਾ ਮਿਲਿਆ ਸੇਵਾ ਕਰਨ ਨੂੰ। ਹੁਣ ਸਾਡਾ ਸਮਾਨ ਗੁਰਦੁਆਰੇ ਨੂੰ ਅਸੀਂ ਡੋਨੇਟ ਕਰਦੇ, ਮਸਜਿਦ ਹੈਗੇ ਉੱਥੇ ਡੋਨੇਟ ਕਰਦੇ ਆ, ਮੰਦਿਰ ਹੈਗੇ ਉੱਥੇ ਸਾਡਾ ਸਮਾਨ ਅਸੀਂ ਉਹਨੂੰ ਦਿੰਦੇ ਆ, ਕਿੱਥੇ ਵੀ ਉਹਨੂੰ ਲੋੜ ਪੈ ਹੈਗੀ ਹੈ, ਕਿੱਥੇ ਵੀ ਉਹ ਜਾ ਕੇ ਉਹ ਵੰਡਦੇ ਹੈਗੇ ਲੋਕਾਂ ਨੂੰ, ਕਿਹੜੇ ਬਾਹਰ ਜਾ ਨਹੀਂ ਸਕਦੇ, ਉਹਨਾਂ ਨੂੰ ਆਟਾ ਮਿਲਦਾ। ਸੋ ਉਹਦੇ ਵਿੱਚ ਅਸੀਂ ਇਨਵੋਲਵਡ ਹੈਗੇ ਆ ਐਂਡ ਵੀ ਕੰਟੀਨਿਊ ਟੂ ਬੀ ਇਨਵੋਲਵਡ। ਬਿਲਕੁਲ, ਜਿਵੇਂ ਤੁਸੀਂ ਦੱਸਿਆ ਕਿ ਸਕੂਲਾਂ ਦੀ ਪਹਿਲਾਂ ਐਗਜ਼ਾਮਪਲ ਦਿੱਤੀ ਸੀਗੀ, ਹੁਣ ਸਕੂਲਾਂ ਦੇ ਵਿੱਚ ਮੀਲਸ ਪ੍ਰੋਗਰਾਮ ਹੈਗੇ ਆ, ਉਹ ਸਟਾਰਟ ਕੀਤੇ ਹੋਏ ਨੇ। ਸੋ ਬ੍ਰੈਕਫਾਸਟ ਕਲੱਬ ਆਫ ਕੈਨੇਡਾ ਦੇ ਨਾਲ ਤੁਸੀਂ ਟਾਈ ਅਪ ਹੈਗੇ ਆ, ਸੋ ਆਰਗੇਨਾਈਜੇਸ਼ਨਸ ਦੇ ਨਾਲ ਹੁਣ ਵੀ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਕਮਿਊਨਿਟੀ ਦਾ ਸਾਥ ਦੇ ਰਹੇ ਹੈਗੇ ਆ। ਹੁਣ ਕਮਿਊਨਿਟੀ ਵੱਲੋਂ ਕਿੱਦਾਂ ਦਾ ਰਿਸਪੌਂਸ ਆ ਰਿਹਾ? Community is very happy. Community is very, ਉਹਨੂੰ ਪਤਾ ਹੈਗਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਬਿਜ਼ਨੈਸਿਸ ਹੈਗੀਆਂ, ਬਿਜ਼ਨਸਮੈਨ ਹੈਗੇ, ਐਂਟਰਪ੍ਰੀਨਰਸ ਹੈਗੇ ਕਿ ਸਾਡੇ ਨਾਲ ਖੜੇ ਹੈਗੇ ਆ। ਗਵਰਨਮੈਂਟ ਸਭ ਕੁਝ ਨਹੀਂ ਕਰ ਸਕਦੀ, ਰਾਈਟ, ਐਂਡ ਉਹਨੂੰ ਕਰਨਾ ਵੀ ਨਹੀਂ ਚਾਹੀਦਾ। ਉਹ ਆਲਰੇਡੀ ਉਹਨਾਂ ਦੇ ਬਹੁਤ ਸਟ੍ਰੈਸ ਹੈਗਾ, ਰਾਈਟ। ਐਜ਼ ਕਹਿ ਦੋ ਐਜ਼ ਬਿਜ਼ਨਸ ਪੀਪਲ ਐਂਡ ਐਜ਼ ਨੇਬਰਸ ਸਾਨੂੰ ਖੜੇ ਹੋਣਾ ਚਾਹੀਦਾ ਵਿਦ ਅਦਰ ਪੀਪਲ। ਹੁਣ ਸਾਡੇ, ਮੈਂ ਤੁਹਾਨੂੰ ਆਪਣੀ ਪਰਸਨਲ ਗੱਲ ਦੱਸਦਾ, ਅਸੀਂ ਰਹਿੰਦੇ ਹੈਗੇ ਹਾਂ ਵਾਈਟ ਰੌਕ ਦੇ ਵਿੱਚ। ਵਾਈਟ ਰੌਕ ਦੇ ਵਿੱਚ ਕੋਈ ਰਿਟਾਇਰਡ ਪੀਪਲ ਕਾਫੀ ਹੈਗੇ ਆ। ਓਕੇ, ਐਂਡ ਉਹ ਬੰਦੇ ਬਾਹਰ ਜਾ ਨਹੀਂ ਸਕਦੇ, ਉਹ ਬੰਦੀਆਂ ਬਾਹਰ ਜਾ ਨਹੀਂ ਸਕਦੇ, ਉਹ ਘਰ ਦੇ ਵਿੱਚ ਲਾਕਡ-ਇਨ ਹੋਏ ਹੈਗੇ ਆ। ਅਸੀਂ ਆਪਣੇ ਬੱਚਿਆਂ ਨੂੰ ਕਿਹਾ ਜਾ ਕੇ ਤੁਸੀਂ ਨੇਬਰ ਨੂੰ ਜਾ ਕੇ ਪੁੱਛੋ, ਡੂ ਦੇ ਨੀਡ ਹੈਲਪ, ਡੂ ਦੇ ਨੀਡ ਸਮਥਿੰਗ, ਉਹਨਾਂ ਕਾਰ ਤੁਸੀਂ ਬਾਹਰ ਦੇਵੋ, ਰਾਈਟ। ਤੁਸੀਂ ਉਹਨੂੰ ਜੇ ਗਰੋਸਰੀ ਲੈਣੀ, ਉਹਨਾਂ ਨੂੰ ਗੈਟ them grocery or anything they need. ਇੱਦਾਂ ਦੀ we should, it's not only a duty of a businessman, it's a duty of a person as a neighbor to help the person beside them. So this is our philosophy. ਲਾਈਕ ਛੋਟੀਆਂ ਚੀਜ਼ਾਂ, ਇਹ ਨਹੀਂ ਹੈ ਕਿ ਤੁਸੀਂ ਬਹੁਤ ਵੱਡੀ ਚੀਜ਼ ਕਰਨੀ ਹੈ ਕਿਸੇ ਵਾਸਤੇ, ਕੋਈ ਛੋਟੀ ਜਿਹੀ ਚੀਜ਼ ਵੀ ਕਰ ਦਿਓ ਤਾਂ ਉਹ ਵੀ ਹੈਲਪ ਹੁੰਦੀ ਹੈਗੀ ਆ ਕਿਸੇ ਵੀ ਲੋੜਵੰਦ ਦੀ, ਕਿਸੇ ਵੀ ਨੀਡੀ ਪਰਸਨ ਦੀ। ਜੇ ਤੁਸੀਂ ਗੱਲ ਕਰਦੇ ਹੈਗਾ, ਹੁਣ ਅਸੀਂ ਤੁਹਾਡੀ ਗੱਲ ਕਰ ਲੈਂਦੇ ਹਾਂ ਮਿਸਟਰ ਗਿਲਨ, ਕਿ
ਫੈਮਿਲੀ ਬਿਜ਼ਨਸ ਤੁਸੀਂ ਕਹਿ ਰਹੇ ਆ ਕਿ ਮੈਂ ਰਨ ਕਰ ਰਿਹਾ ਹੈਗਾ ਆ, ਸੋ ਤੁਹਾਡੇ ਬਾਬੇ ਨੇ ਸਟਾਰਟ ਕੀਤਾ, ਫਿਰ ਤੁਹਾਡੇ ਡੈਡ ਦੇ ਕੋਲ ਆਇਆ ਐਂਡ ਦੈਨ ਯੂ, ਹੈ ਨਾ। ਸਮਟਾਈਮਸ ਕਿ ਕਿਡਸ ਹੁੰਦੇ ਆ, ਦੇ ਆਰ ਲਾਈਕ ਕਿ ਅਸੀਂ ਆਪਣੇ ਪੇਰੈਂਟਸ ਦਾ ਬਿਜ਼ਨਸ ਨਹੀਂ ਕਰਨਾ, ਦੇ ਹੈਵ ਅਨਦਰ ਇੰਟਰਸਟ ਕਿ ਮੇਰਾ ਇਹ ਇੰਟਰਸਟ ਹੈਗਾ ਆ। ਸੋ ਡੂ ਯੂ ਐਵਰ ਹੈਵ ਐਨੀ ਇੰਟਰਸਟ ਕਿ ਮੈਂ ਇਹ ਕਰਨਾ ਪਰ ਮੈਂ ਆਟੇ ਵਾਲੇ ਬਿਜ਼ਨਸ 'ਚ ਨਹੀਂ ਜਾਣਾ? ਐਕਚੁਅਲੀ ਆਟੇ ਵਾਲੀ ਬਿਜ਼ਨਸ ਤਾਂ ਮੈਂ ਤਾਂ ਆਇਆ ਵਿੱਚ ਹੈਗਾ ਤੇ ਕਿਤੇ ਮੇਰੇ ਫਾਦਰ ਸਾਹਿਬ ਫਿਊ ਇਅਰਸ ਅਗੋ ਬਿਮਾਰ ਹੋ ਗਏ ਸੀ, ਫਿਰ ਪੂਰੇ ਹੋ ਗਏ ਸੀ ਤੇ ਮੈਨੂੰ ਬਿਜ਼ਨਸ ਸਾਂਭਣੀ ਪਈ। ਪਰ ਇਹ ਲਾਈਨ ਕਿਹੜੀ ਸੀ, ਰਿਜਨਲੀ ਇਹ ਲਾਈਨ ਮੇਰੀ ਨਹੀਂ ਸੀ। ਰਿਜਨਲੀ ਲਾਈਨ ਸਾਡੀ ਕਿਲੇ ਅਸੀਂ ਪੜ੍ਹਦੇ ਹੁੰਦੇ ਸੀ, ਸਾਡੇ ਮਮ ਡੈਡ ਨੇ ਸਾਨੂੰ ਕਿਹਾ ਸੀ ਤੁਸੀਂ ਬਿਜ਼ਨਸ ਤਾਂ ਹਮੇਸ਼ਾ ਉੱਥੇ ਹੋਊਗੀ, ਆਪ ਵੀ ਜਾ ਸਕਦੀ, ਡਾਊਨ ਵੀ ਜਾ ਸਕਦੀ ਹੈ, ਬਟ ਕਿਹੜੀ ਤੁਹਾਡੀ ਐਜੂਕੇਸ਼ਨ ਹੈਗੀ ਹੈ ਇਹ ਤੁਹਾਡੇ ਪਾਸ ਕੋਈ ਖੋ ਨਹੀਂ ਸਕਦਾ ਤੁਹਾਨੂੰ, ਤੁਸੀਂ ਸਾਰੇ ਪੜ੍ਹੋ। ਸੋ ਉਸ ਟਾਈਮ ਦੇ ਵਿੱਚ ਤਕਰੀਬਨ 3 ਲਾਈਨਾਂ ਹੁੰਦੀ ਸੀ ਮੋਸਟਲੀ ਕਿ ਪੇਰੈਂਟਸ ਪੁਸ਼ ਕਰਦੇ ਹੁੰਦੇ ਸੀ, ਜਾਂ ਮੈਡੀਕਲ ਲਾਈਨ, ਵਕਾਲਤ ਲਾਈਨ ਜਾਂ ਇੰਜੀਨੀਅਰਿੰਗ ਲਾਈਨ। ਅਸੀਂ ਤਿੰਨ ਜਾਣੇ ਸੀ, ਅਸੀਂ ਮੈਂ ਸੀ, ਮੇਰੀ ਸਿਸਟਰ ਬ੍ਰਦਰ ਸੀ, ਅਸੀਂ ਇਹ 3 ਲਾਈਨਾਂ ਫੜ ਲਈਆਂ। ਬ੍ਰਦਰ ਮੇਰਾ ਇੰਜੀਨੀਅਰਿੰਗ ਕਰ ਲਈ, ਮੇਰੀ ਸਿਸਟਰ ਮੈਡੀਕਲ ਲਾਈਨ ਦੇ ਵਿੱਚ ਚਲ ਗਈ, ਨਾਲੇ ਮੈਂ ਵਕੀਲ ਬਣ ਗਿਆ। ਐਂਡ ਸੋ ਮੇਰੇ ਪਾ ਹਾਲੇ ਵੀ ਮੇਰੇ ਪਾ ਲਾਅ ਲਾਇਸੈਂਸ ਹੈਗਾ, ਮੈਂ ਵਕਾਲਤ ਕਰ ਸਕਦਾ, ਮੇਰੇ ਪਾ ਲਾਇਸੈਂਸ ਹੈਗਾ, ਬਹੁਤ ਸਾਲ ਮੈਂ ਕੀਤਾ। ਬਟ ਉਹ ਕੰਮ ਮੈਨੂੰ ਕਹਿ ਦਵੋ ਔਨ ਅ ਫੁੱਲ ਟਾਈਮ ਬੇਸਿਸ ਛੱਡ ਕੇ ਬਿਜ਼ਨਸ ਸਾਂਭਣੀ ਪਈ। ਸੋ ਬਿਜ਼ਨਸ ਦੇ ਵਿੱਚ ਇੰਟਰਸਟ ਬਣਿਆ, ਕੁਝ ਸਿੱਖਿਆ ਪਹਿਲਾਂ ਕਿ ਕਿਵੇਂ ਕੰਮ ਕਰਨਾ ਹੈਗਾ ਆ, ਸੋ ਕਿਵੇਂ ਇਹ ਸਾਰਾ ਪ੍ਰੋਸੈਸ ਚੱਲਿਆ? ਪਹਿਲਾਂ ਤਾਂ ਆਈ ਰਿਮੈਂਬਰ ਡੈਡ ਨੇ ਸਾਨੂੰ ਕਿਹਾ ਪਹਿਲਾਂ ਤੁਸੀਂ ਪੰਜਾਬੀ ਸਿੱਖੋ, ਜਦ ਬਿਜ਼ਨਸ ਕਰਨੀ ਪੰਜਾਬੀ ਸਿੱਖੋ, ਰਾਈਟ। ਐਂਡ ਅਸੀਂ ਕਹਿੰਦੇ ਹੁੰਦੇ ਸੀ ਯਾਰ ਡੈਡ ਪੰਜਾਬੀ, ਯੂ ਨੋ ਸਾਨੂੰ ਇੰਗਲਿਸ਼, ਵੀ ਲਰਨ ਇੰਗਲਿਸ਼ ਫਰਸਟ, ਰਾਈਟ। ਮੇਬੀ ਆਮ ਸ਼ੋਰ ਤੁਸੀਂ ਮੇਰੇ ਪ੍ਰੋਨਾਂਸੀਏਸ਼ਨ ਤੋਂ ਨਾਲੇ ਮੇਰੇ ਵੇ ਆਫ ਟਾਕਿੰਗ, ਰਾਈਟ, ਦੈਟ ਇੰਗਲਿਸ਼ ਮੇਰੀ ਪਹਿਲੀ ਲੈਂਗੁਏਜ ਸੀ ਐਂਡ ਪੰਜਾਬੀ ਫਿਰ ਮਗਰੋਂ ਮੈਂ ਸਿੱਖੀ, ਰਾਈਟ। ਐਂਡ ਸੋ ਕਹਿੰਦੇ ਸੀ ਤੁਸੀਂ ਪੰਜਾਬੀ ਸਿੱਖੋ, ਐਂਡ ਅਸੀਂ ਕਹਿੰਦੇ ਸੀ ਮਮ ਡੈਡ ਕੀ ਕਾਹਨੂੰ ਪੰਜਾਬੀ ਸਿੱਖਣੀ ਹੈਗੀ ਹੈ, ਲਾਈਕ ਵਾਟਸ ਕੀ ਵੈਲਿਊ ਹੈਗਾ, ਰਾਈਟ। ਯਾ ਬਿਕਾਜ਼ ਸਕੂਲ ਦੇ ਵਿੱਚ ਵੀ ਪੰਜਾਬੀ, ਫਰੈਂਡਸ ਦੇ ਨਾਲ ਵੀ ਪੰਜਾਬੀ ਨਹੀਂ ਬੋਲ ਸਕਦੇ, ਸਕੂਲ 'ਚ ਵੀ ਨਹੀਂ ਬੋਲ ਸਕਦੇ, ਹੈ ਨਾ। ਹੁਣ ਸਾਡੇ ਹਾਈ ਸਕੂਲ ਵਿੱਚ 1000 ਸਟੂਡੈਂਟ ਸੀ, 1000 ਦੇ ਵਿੱਚ ਅਸੀਂ 2 ਮੁੰਡੇ ਸੀ South India. That was it. 1980s ਦੀ ਗੱਲ ਮੈਂ ਕਰਦਾ, right? It's me and ਮੇਰਾ best friend ਹੁੰਦਾ ਸੀ, okay? We were only Indians there. So ਇਹਦੀ use ਨਹੀਂ ਹੁੰਦੀ ਸੀ, regular basis ਸਾਡੇ ਪਾ ਇੰਨੀ ਪੰਜਾਬੀ use ਨਹੀਂ ਹੁੰਦੀ ਸੀ। And also ਉਸ time ਦੇ ਵਿੱਚ ਸਾਡੀ community challenges ਬਹੁਤ ਹੁੰਦੇ ਸੀ, ਸਾਡੀ community ਨੂੰ ਕਹਿ ਦੋ racism ਬਹੁਤ ਸੀ। And so ਅਸੀਂ ਕਹਿੰਦੇ ਕਿ ਅਸੀਂ ਕਾਹਦੇ ਸਿੱਖੀਏ, ਹੁਣ ਮੈਨੂੰ ਸਮਝ ਲੱਗੀ ਉਹਦਾ ਵੈਲਿਊ, ਓਕੇ। ਤਾਂ ਪੰਜਾਬੀ ਕਿਹੜੀ ਹੈਗੀ ਆ, ਇਹ not only is it become a business language but it's a cultural language. ਸਾਡਾ ਕਿਹੜਾ culture ਕਿਹੜਾ ਹੈਗਾ, ਸਾਡਾ ਪਹਿਲਾ culture ਕਿੱਦਾਂ ਤੁਸੀਂ share ਕਰ ਸਕਦੇ, is through language, right? So language and all ਅਸੀਂ ਸਾਡਾ culture transmit ਹੁੰਦਾ, and ਸਾਡੀ ਕਿਹੜੀ ਕਹਿ ਦਵੋ influence ਕਿਹੜਾ ਹੈਗਾ ਹੁਣ ਵਰਲਡ ਵਾਈਡ ਹੋ ਗਿਆ, ਪੰਜਾਬੀ ਕਿਹੜਾ ਹੈਗਾ ਵਰਲਡ ਵਾਈਡ ਇਨਫਲੂਐਂਸ ਹੋ ਗਿਆ। ਐਂਡ ਆਈ ਐਮ ਵੈਰੀ ਪ੍ਰਾਊਡ ਟੂ ਬੀ ਪੰਜਾਬੀ, ਆਈ ਐਮ ਵੈਰੀ ਪ੍ਰਾਊਡ that ਮੈਨੂੰ ਇਹ ਲੈਂਗੁਏਜ ਕਿੰਨੀ ਵੀ ਕਹਿੰਦੇ ਲਿਮਿਟਡ ਮੈਨੂੰ ਲੈਂਗੁਏਜ ਹੈਗੀ ਹੈ, ਬਟ ਆਈ ਹੈਵ ਸਮ ਅੰਡਰਸਟੈਂਡਿੰਗ ਆਫ ਇਟ, ਰਾਈਟ। ਐਂਡ ਬਿਜ਼ਨਸ ਦੇ ਵਿੱਚ ਯੂ ਨੋ I find that ਕਿੱਦਾਂ ਸਾਡਾ ਪ੍ਰੋਡਕਟ ਹੈਗਾ ਸਾਊਥ ਏਸ਼ੀਅਨ, you have to have a handle of the language. ਬਿਲਕੁਲ ਆਪਣੀ ਮਦਰ ਲੈਂਗੁਏਜ ਤੁਹਾਨੂੰ ਆਉਣੀ ਚਾਹੀਦੀ ਹੈਗੀ ਹੈ। ਇਫ ਯੂ ਨੋ ਯੂਰ ਮਦਰ ਲੈਂਗੁਏਜ ਵੈਲ ਯੂ ਕੈਨ ਲਰਨ ਐਨੀ ਲੈਂਗੁਏਜ ਇਨ ਦ ਵਰਲਡ। ਤੇ ਹੁਣ ਜੇ ਤੁਸੀਂ ਸੋਚਦੇ ਹੋਵੋਗੇ ਕਿ ਮੈਨੂੰ ਪੰਜਾਬੀ ਆਉਂਦੀ ਹੈ, ਆਈ ਕੈਨ ਟੀਚ ਮਾਈ ਕਿਡਸ ਟੂ, ਕਿ ਮੈਂ ਉਹਨਾਂ ਨੂੰ ਵੀ ਪੰਜਾਬੀ ਸਿਖਾ ਦੇਵਾਂ। ਐਂਡ ਨਾਓ ਡੇਜ਼ ਤੁਸੀਂ ਜਿਵੇਂ ਦੱਸਿਆ ਕਿ ਇਹ ਬਿਜ਼ਨਸ ਲੈਂਗੁਏਜ ਆ, ਹੁਣ ਅਸੀਂ ਏਅਰਪੋਰਟ ਤੇ ਚੱਲ ਜਾਈਏ, ਕਿਤੇ ਵੀ ਚੱਲ ਜਾਈਏ ਤਾਂ ਉੱਥੇ ਪੰਜਾਬੀ ਦੇ ਵਿੱਚ ਜ਼ਰੂਰ ਲਿਖਿਆ ਹੁੰਦਾ ਆ, ਜਿਵੇਂ ਵੈਲਕਮ ਨੂੰ ਵੀ ਉਹਨਾਂ ਨੇ ਜੀ ਆਇਆਂ ਨੂੰ ਲਿਖਿਆ ਹੋਇਆ ਆ। ਪੰਜਾਬੀ ਲੈਂਗੁਏਜ ਹੁਣ ਸਾਰੇ ਵਰਲਡ ਵਾਈਡ ਜਿਹੜੀ ਵੱਧ ਰਹੀ ਹੈਗੀ। ਸੋ ਤੁਸੀਂ ਪੰਜਾਬੀ ਸਿੱਖੀ, ਫਿਰ ਬਿਜ਼ਨਸ ਨੂੰ ਕਿੱਦਾਂ ਡੀਲ ਕਰਨਾ ਹੈਗਾ ਇਹ ਸਿੱਖਿਆ ਆ। ਕੋਈ ਕਿਸੇ ਚੀਜ਼ ਦਾ ਇੱਦਾਂ ਤੁਹਾਨੂੰ ਸਾਹਮਣਾ ਕਰਨਾ ਪਿਆ ਕਿ ਮੈਨੂੰ ਸਟਰਗਲ ਕਰਨੀ ਪਈ ਕਿ ਇਹ ਮੇਰੇ ਤੋਂ ਹੁੰਦਾ ਨਹੀਂ ਪਿਆ, ਇਟਸ ਰੀਅਲੀ ਟਫ, ਐਂਡ ਦੈਨ ਉਸ ਸਿਚੁਏਸ਼ਨ ਤੋਂ ਤੁਸੀਂ ਬਾਹਰ ਆਏ? I think that the biggest thing is that ਕਿਹੜੀ ਹੈਗੀ ਹੈ ਸਾਡੀ Indian thinking, Punjabi thinking is different from Western thinking, okay? That often ਅਸੀਂ ਕਿਹਲੇ way of communication ਸਾਡੀ different ਹੈਗੀ, ਤੁਹਾਨੂੰ ਸਿੱਖਣੀ ਪੈਂਦੀ ਹੈਗੀ ਹੈ। The way of ਕਹਿ ਦੋ problem solving different ਹੋ ਜਾਂਦੀ ਹੈਗੀ ਹੈ। ਸੋ ਉਹ ਸਭ ਤੋਂ greatest challenge ਮੈਨੂੰ ਇਹ ਹੋਇਆ that ਇਹ ਚੀਜ਼ ਨੂੰ ਕਿੱਦਾਂ ਇਹਨੂੰ ਸਾਂਭਣਾ ਹੈਗਾ,
ਕਿੱਦਾਂ ਕਮਿਊਨੀਕੇਟ ਕਰਨਾ ਹੈਗਾ। ਹਾਲੇ ਵੀ ਮੈਨੂੰ ਕੋਈ ਕਮਿਊਨੀਕੇਸ਼ਨ ਦੀ ਇਸ਼ੂਜ਼ ਆ ਜਾਂਦੇ ਹੈਗੇ ਆ ਰਾਈਟ। ਔਰ ਮੈਂ ਤੈਨੂੰ ਐਗਜ਼ਾਮਪਲ ਦੱਸਦਾ, ਤੁਸੀਂ ਹੱਸਣਾ ਹੈਗਾ। ਕੱਲ੍ਹ ਦੀ ਗੱਲ ਹੈਗੀ ਹੈ ਤੇ ਸਾਡੇ ਟੀਮ ਦੇ ਵਿੱਚ ਮੈਂ ਕੋਈ ਪ੍ਰੋਬਲਮ ਸੀ, ਇੱਕ ਬੰਦੇ ਨੂੰ ਉਹਦਾ ਸੋਲੂਸ਼ਨ ਦਾ ਪਤਾ ਸੀ, ਨਾਲੇ ਮੈਂ ਕਹਿ ਦਿੱਤਾ, ਮੈਂ ਕਿਹਾ ਪਾ ਜੀ ਤੁਸੀਂ ਇਹਨਾਂ ਦੀ ਕਲਾਸ ਲਾ ਦੇਵੋ। ਓਕੇ, ਮੈਂ ਕਹਿਣਾ ਸੀ ਇਹਨਾਂ ਨੂੰ ਸਮਝਾ ਦੇਵੋ ਰਾਈਟ, ਮੈਂ ਕਹਿੰਦਾ ਇਹਦੀ ਕਲਾਸ ਲਾ ਦੇਵੋ ਰਾਈਟ। ਉਹ ਸਾਰੇ ਹੱਸਣ ਲੱਗ ਪਏ। ਉਹ ਕਹਿੰਦੇ ਮੈਂ ਕਿਹਾ ਤੁਸੀਂ ਹਾਸੇ ਕਰਦੇ ਆ, ਮੈਂ ਕਿਹਾ ਤੁਸੀਂ ਭਾਜੀ ਸਮਝਾ ਦਿਓ ਸਾਰਿਆਂ ਨੂੰ। ਕਹਿੰਦੇ ਨਹੀਂ ਤੁਸੀਂ ਕਹਿੰਦੇ ਸੀ ਸਮਝਾ ਦੇਵੋ, ਤੁਸੀਂ ਕਹਿੰਦੇ ਕਲਾਸ ਲਾ ਦੇਵੋ ਰਾਈਟ। ਸੋ ਇੱਦਾਂ ਦੀ ਕਮਿਊਨੀਕੇਸ਼ਨ ਗੈਪਸ ਕਿਹੜੇ ਹੈਗੇ ਆ, ਉਹ that was the biggest challenges for me ਕਿਉਂਕਿ ਬਿਜ਼ਨਸ ਜਿਹੜੇ ਓਨਰ ਹੈਗੇ ਉਹਨਾਂ ਨੂੰ ਲੋਟਸ ਆਫ ਪੇਸ਼ੈਂਸ ਚਾਹੀਦੇ ਹੈਗੇ ਆ ਟੂ ਡੀਲ ਵਿਦ ਵਰਕਰਸ, ਟੂ ਡੀਲ ਵਿਦ ਯਰ ਸਟਾਫ, ਹੈ ਨਾ। ਤਾਂ ਉਹ ਚੀਜ਼ਾਂ ਬਹੁਤ ਚੀਜ਼ਾਂ ਕੈਟਰ ਕਰਨੀਆਂ ਪੈਂਦੀਆਂ ਨੇ, ਫਿਰ ਹੀ ਤੁਸੀਂ ਇੱਕ ਸਕਸੈਸਫੁਲ ਬਿਜ਼ਨਸਮੈਨ ਬਣ ਸਕਦੇ ਹੈਗੇ ਆ। ਸੋ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸ ਬਿਜ਼ਨਸ ਨੂੰ ਸਾਂਭਦੇ ਹੋਏ? ਸੋ ਮੇਰੇ ਫਾਦਰ 2012 ਦੇ ਵਿੱਚ ਡੈਥ ਹੋ ਗਈ ਸੀ। ਸੋ ਮੈਨੂੰ ਹੁਣ 8 ਸਾਲ ਹੋ ਗਏ ਆ। ਉਹ ਤੋਂ ਪਹਿਲਾਂ ਡੈਡੀ ਮੇਰੇ ਸਾਹਮਣੇ ਹੁੰਦੇ ਸੀ। Probably kind of from the 70s, ਮੇਰਾ ਬਾਬਾ 74 ਦੇ ਵਿੱਚ ਪੂਰੇ ਹੋਏ ਸੀ। So probably from 74 to 2012 the dad ਸੀ, and then ਮੈਨੂੰ 8 ਸਾਲ ਹੋ ਗਏ ਆ। ਸੋ ਹੁਣ ਪ੍ਰੋਡਕਟਸ ਅਸੀਂ ਗੱਲ ਕੀਤੀ ਤੇ ਬਹੁਤ ਵਧੀਆ ਪ੍ਰੋਡਕਟ ਹੈਗੇ ਆ ਤੁਹਾਡੇ। ਸੋ ਗਲੂਟਨ ਵਾਲੇ ਵੀ ਖੁਸ਼ ਹੈਗੇ ਆ, ਡਾਇਬੀਟੀਜ਼ ਵਾਲੇ ਵੀ ਖੁਸ਼ ਹੈਗੇ ਆ। ਸੋ ਨੈਕਸਟ ਜਿਹੜੇ ਪਲਾਨ ਹੈਗੇ ਆ ਉਹ ਕੀ ਕੁਝ ਨੇ, ਕੀ ਕੁਝ ਹੋਰ ਆ ਰਿਹਾ ਹੈਗਾ ਮਾਰਕੀਟ ਦੇ ਵਿੱਚ? ਸਾਡੇ ਮਾਰਕੀਟ ਦੇ ਵਿੱਚ ਹੁਣ ਬਿਗੇਸਟ ਕਿਹੜੀ ਸਾਡੀ ਇੰਗੇਜਮੈਂਟ ਹੈਗੀ ਹੈ ਤੇ ਸਾਡਾ ਆਟਾ ਹੁਣ ਨਾਰਥ ਅਮਰੀਕਾ ਵਿੱਚ ਸਾਰੇ ਪਾਸੇ ਜਾਣ ਲੱਗ ਪਿਆ ਹੈਗਾ। ਹੁਣ ਇਹੀ ਪ੍ਰੋਡਕਟਸ ਕਿਹੜੇ ਹੈਗੇ ਅਸੀਂ ਹੁਣ ਇੰਟਰਨੈਸ਼ਨਲ ਲੈਵਲ ਤੇ ਲਿਆਉਣੇ ਹੈਗੇ ਆ। ਸਾਨੂੰ ਰਿਕੁਆਇਰੀਜ਼ ਡਿਮਾਂਡ ਆਉਣ ਲੱਗ ਪਿਆ ਹੈਗਾ, ਨਿਊਜ਼ੀਲੈਂਡ ਤੋਂ ਆਉਣ ਲੱਗ ਪਿਆ, ਆਸਟ੍ਰੇਲੀਆ ਤੋਂ ਆਉਣ ਲੱਗ ਪਿਆ, UK ਤੋਂ ਆਉਣ ਲੱਗ ਪਿਆ। ਸੋ ਸਾਡੀ ਨੈਕਸਟ ਫੇਜ਼ ਸਾਡੀ ਇਨ ਆਰ ਬਿਜ਼ਨਸ, ਆਰ ਨੈਕਸਟ ਡਿਵੈਲਪਮੈਂਟ ਸਟੇਜ ਇਜ਼ ਦੈਟ ਇਹੀ ਪ੍ਰੋਡਕਟਸ ਕਿਹੜੇ ਹੈਗੇ ਅਸੀਂ ਬਾਹਰਲੇ ਮੁਲਕਾਂ ਨੂੰ ਭੇਜਣੇ ਆ। ਸੋ ਜਦੋਂ ਨਵਾਂ ਕੋਈ ਆਟਾ ਬਣਦਾ ਹੈਗਾ ਆ ਜਾਂ ਨਵਾਂ ਕੋਈ ਪ੍ਰੋਡਕਟ ਲਾਂਚ ਹੁੰਦਾ ਹੈਗਾ, ਤੁਹਾਡਾ ਕਿਹਦੇ ਨਾਲ ਡਿਸਕਸ਼ਨਸ ਹੁੰਦੀਆਂ ਨੇ, ਕਿਹੜੀਆਂ ਕਮੇਟੀਜ਼ ਬੈਠਦੀਆਂ ਨੇ, ਕਿਹਦੇ ਤੋਂ ਤੁਸੀਂ ਸਲਾਹ ਲੈਂਦੇ ਹੋ? ਸੋ ਸਾਰਾ ਪ੍ਰੋਸੈਸ ਕਿੱਦਾਂ ਹੁੰਦਾ? ਪਹਿਲਾਂ ਤਾਂ ਸਾਡੀ R&D ਹੁੰਦੀ ਹੈ, ਰਿਸਰਚ ਐਂਡ ਡਿਵੈਲਪਮੈਂਟ ਹੁੰਦੀ ਹੈ, ਦੈਟ ਅਸੀਂ ਇਹ ਆਟਾ ਜਾਂ ਕੱਢਣਾ ਹੈਗਾ, ਇਹਦੀ ਇਹ ਡਿਮਾਂਡ ਹੈਗੀ, ਬਟ ਇਹਦੇ ਵਿੱਚ ਕੀ ਚੀਜ਼ਾਂ ਸਾਨੂੰ ਚਾਹੀਦੀਆਂ ਹੈਗੀਆਂ। ਓਕੇ, ਸੋ ਪਹਿਲਾਂ ਰਿਸਰਚ ਐਂਡ ਡਿਵੈਲਪਮੈਂਟ ਹੁੰਦੀ ਹੈ। ਹੁਣ ਕਿਲੇ ਅਸੀਂ ਸਾਡਾ ਡਾਇਬੈਟਿਕ ਫ੍ਰੈਂਡਲੀ ਆਟਾ ਕੱਢਿਆ, ਮੈਨੂੰ ਸਾਨੂੰ 2 ਸਾਲ ਲੱਗ ਗਏ ਇਹਨੂੰ ਰਿਸਰਚ ਕਰਦੇ ਨੂੰ, ਤੇ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਪਾਉਣੀਆਂ, ਕਿਹੜੀਆਂ ਚੀਜ਼ਾਂ ਇਹਦੇ ਵਿੱਚ ਨਹੀਂ ਪਾਉਣੀਆਂ। ਹੁਣ ਕੋਈ ਮਲਟੀਗ੍ਰੇਨ ਹੈਗੇ ਆ, ਸਪੈਸ਼ਲੀ ਜਿਹੜੇ ਇੰਡੀਆ ਤੋਂ ਆਉਂਦੇ ਹੈਗੇ ਆ, ਉਹ ਵਿੱਚ ਆਟੇ ਦੇ ਵਿੱਚ ਮੱਕੀ ਪਾਉਂਦੇ ਆ। ਓਕੇ, ਹੁਣ ਮੱਕੀ ਕਿਹੜੀ ਹੈਗੀ ਹੈ, ਸ਼ੂਗਰ ਲਈ ਬਹੁਤ ਮਾੜੀ ਹੈਗੀ ਹੈ, ਇਟਸ ਹਾਈ ਇਨ ਸ਼ੂਗਰ। ਸੋ ਕੋਈ ਲੋਕ ਕਹਿੰਦੇ ਹੈਗੇ ਯਾਰ ਮੈਂ ਆਹ ਮੈਂ ਆਹ ਮਲਟੀਗ੍ਰੇਨ ਆਟਾ ਖਾਣਾ, ਮੇਰੀ ਸਿਹਤ ਲਈ ਵਧੀਆ ਹੋਣਾ, ਬਟ ਉਹ ਇਨਫੈਕਟ ਉਹ ਮਲਟੀਗ੍ਰੇਨ ਆਟਾ ਉਹਨਾਂ ਨੂੰ ਨਹੀਂ ਸਹੀ, ਬਿਕਾਜ਼ ਉਹਦੇ ਵਿੱਚ ਮੱਕੀ ਹੁੰਦੀ ਹੈ। ਉਹ ਮੱਕੀ ਕਿਹੜੀ ਸ਼ੂਗਰ ਮਰੀਜ਼ਾਂ ਨੂੰ ਹੈਗੀ ਹੈ, ਤੇ ਜੈਨੂਅਲੀ ਸ਼ੂਗਰ ਕਿ ਤੁਸੀਂ ਮੰਗਦੇ ਅਵੋਇਡ ਕਰਨ ਨੂੰ, ਉਹਦੀ ਸ਼ੂਗਰ ਵੱਧ ਜਾਂਦੀ ਹੈ। ਸੋ ਇਹ ਚੀਜ਼ਾਂ ਦਾ ਬਹੁਤ ਸਾਨੂੰ ਪਹਿਲਾਂ ਰਿਸਰਚ ਕਰਦੇ, ਸਾਡਾ R&D ਡਿਪਾਰਟਮੈਂਟ ਰਿਸਰਚ ਕਰਦਾ, ਕਿਲੇ ਸਾਨੂੰ ਫਾਰਮੂਲੇਸ਼ਨ ਸਾਡੀ ਬਣ ਜਾਂਦੀ ਹੈਗੀ ਹੈ, ਤੇ ਇਹ ਕਰੈਕਟ ਫਾਰਮੂਲੇਸ਼ਨ ਹੈਗੀ ਆ, ਕਿਹੜਾ ਅਸੀਂ ਟਾਰਗੇਟ ਹੈਗਾ। ਫਿਰ ਉਹ ਅਸੀਂ ਦੇਖਾਂਗੇ ਇਹ ਫਾਰਮੂਲੇਸ਼ਨ ਦੇ ਵਿੱਚ ਈਜ਼ ਆਫ ਯੂਜ਼ ਕੀ ਹੈਗਾ, ਇਹਨਾਂ ਰੋਟੀ ਬਣ ਸਕਦੀ ਆ, ਕਿੰਨੀ ਈਜ਼ਲੀ ਬਣ ਸਕਦੀ ਹੈ। ਟਾਈਮ ਇਜ਼ ਵੈਰੀ ਲਿਮਿਟਡ ਨਾਓ, ਪੀਪਲ ਵਾਂਟ ਟੂ ਹੈਵ ਅ ਈਜ਼ੀ ਸੋਲੂਸ਼ਨ, ਅ ਕੁਇਕ ਸੋਲੂਸ਼ਨ। ਓਕੇ, ਸੋ ਇਹਦੀ ਫਿਰ ਈਜ਼ ਆਫ ਯੂਜ਼ ਦੇਖਣੀ ਹੈਗੀ। ਫਿਰ ਉਹ ਫਿਰ ਸਾਡੀ ਟੈਸਟਿੰਗ ਹੁੰਦੀ ਹੈ ਕਹਿੰਦਾ ਕੰਜ਼ਿਊਮਰ ਲੈਵਲ। ਫਿਰ ਸਾਡੇ ਕਸਟਮਰਸ ਕਿਹੜੇ ਹੈਗੇ, ਕਿਹੜੇ ਸਾਨੂੰ ਕਲੋਜ਼ ਹੈਗੇ, ਅਸੀਂ ਉਹਨਾਂ ਨੂੰ ਸੈਂਪਲਸ ਦਿੰਦੇ ਹਾਂ, ਉਹਨਾਂ ਨੂੰ ਅਸੀਂ ਉਹਨਾਂ ਨੂੰ ਫੀਡਬੈਕ ਲੈਂਦੇ ਹਾਂ, ਫਿਰ ਇਹ ਕਿੱਦਾਂ ਤੁਹਾਨੂੰ ਲੱਗਿਆ, ਸਹੀ ਹੈ ਜਾਂ ਨਹੀਂ ਸਹੀ ਹੈਗਾ। ਫਿਰ ਸਾਨੂੰ ਨੈਕਸਟ ਸਟੇਜ ਉਹ ਹਰ ਚੀਜ਼ ਫਿਰ ਸਾਨੂੰ ਸੋਰਸ ਲੱਭਣਾ ਪੈਂਦਾ ਹੈ, ਇਹ ਕਿੱਥੋਂ ਅਸੀਂ ਇਹ ਚੀਜ਼ ਲਿਆਈਏ, ਐਂਡ ਉਹ ਵੀ ਸਹੀ ਪ੍ਰਾਈਸ 'ਤੇ ਆਵੇ, ਬਿਕਾਜ਼ ਯੂ ਕੈਨੋਟ ਚਾਰਜ a lot of money either for ਆਟਾ, right? So ਤੁਹਾਡੀ ਪ੍ਰਾਈਸ ਵੀ ਰੀਜ਼ਨੇਬਲ ਹੋਣੀ ਚਾਹੀਦੀ ਹੈਗੀ ਹੈ। ਹੁਣ ਸਾਡਾ ਗਲੂਟਨ ਫ੍ਰੀ ਤੁਸੀਂ ਮਾਰਕੀਟ ਦੇ ਵਿੱਚ ਦੇਖੋ, ਆਈ ਥਿੰਕ ਇਹ ਸਭ ਤੋਂ ਇਨਐਕਸਪੈਂਸਿਵ ਸਾਡਾ ਹੋਣਾ। ਬਾਕੀ ਹੋਰ ਗਲੂਟਨ ਫ੍ਰੀ ਆਟੇ ਹੈਗੇ ਤੇ ਸਾਡਾ ਕਦੋਂ $20 ਤੋਂ ਥੱਲੇ ਹੋਊਗਾ, ਬਾਕੀ ਸਾਰੇ ਗਲੂਟਨ ਫ੍ਰੀ ਕਿਹੜੇ ਵੀ ਹੈਗੇ $20 ਤੋਂ ਉੱਪਰ ਹੋਣਗੇ, ਕੋਈ $30-40 ਦੇ ਤੱਕ ਵੀ ਪਹੁੰਚ ਕੇ ਹੈਗੇ ਆ। ਸੋ ਅਫੋਰਡੇਬਿਲਿਟੀ ਵੀ ਚਾਹੀਦੀ ਹੈਗੀ ਆ। ਅਸੀਂ we're trying to feed our people, and we don't want to hurt their pocketbook either,
right? It has to be affordable. Yeah. ਸੋ ਹੁਣ ਇਹ ਤਾਂ ਪੁੱਛਣ ਦੀ ਲੋੜ ਨਹੀਂ ਹੈਗੀ ਕਿ ਵਾਈ ਮਿਲ ਸਟ੍ਰੀਮ ਆਟਾ ਸੋ Yeah. ਤੁਸੀਂ ਬਹੁਤ ਕੁਝ ਗਿਣਵਾ ਦਿੱਤਾ ਹੈਗਾ ਹੈ ਕਿ ਸਭ ਤੋਂ ਪਹਿਲਾਂ ਅਫੋਰਡੇਬਲ ਹੈਗਾ ਆ ਫਿਰ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਤੁਸੀਂ ਤੁਹਾਡੀ ਹੈਲਥ ਲਈ ਮਾੜਾ ਹੈਗਾ ਆ ਸੋ ਤੁਹਾਡੀ ਹੈਲਥ ਦੇ ਲਈ ਵੀ ਚੰਗਾ ਹੈਗਾ ਆ ਸੋ ਅਲੱਗ-ਅਲੱਗ ਹੈਲਥ ਦੇ ਨਾਲ ਜਿਨ੍ਹਾਂ ਦੀਆਂ ਬਿਮਾਰੀਆਂ ਹੈਗੀਆਂ ਉਹਨਾਂ ਦੇ ਲਈ ਅਲੱਗ-ਅਲੱਗ ਆਟਾ ਹੈਗਾ ਅਲੱਗ-ਅਲੱਗ ਵੈਰਾਈਟੀ ਹੈਗੀ ਸੋ ਸਾਰੇ ਸਟੋਰਾਂ ਦੇ ਉੱਤੇ ਈਜ਼ੀਲੀ ਅਵੇਲੇਬਲ ਹੈਗਾ ਸੋ ਬਹੁਤ ਵਧੀਆ ਤੁਸੀਂ ਜਿਹੜਾ ਹੈਗਾ ਕਮਿਊਨਿਟੀ ਦੇ ਲਈ ਵੀ ਕੰਮ ਕਰ ਰਹੇ ਹੈਗੇ ਆ ਆਟੇ ਦੇ ਨਾਲ ਲੋਕਾਂ ਨੂੰ ਹੈਲਥੀ ਜਿਹੜਾ ਲਾਈਫ ਸਟਾਈਲ ਦੇ ਰਹੇ ਹੈਗੇ ਆ ਕੀ ਕਹਿਣਾ ਚਾਹੁੰਦੇ ਆ ਵਿਊਅਰਸ ਨੂੰ ਜਿਹੜੇ ਮਿਲ ਸਟ੍ਰੀਮ ਆਟਾ ਵਰਤ ਵੀ ਰਹੇ ਆ ਨਹੀਂ ਵੀ ਵਰਤ ਰਹੇ ਕੀ ਮੈਸੇਜ ਦੇਣਾ ਚਾਹੁੰਦੇ ਆ ਉਹਨਾਂ ਨੂੰ ਸਭ ਤੋਂ ਮੇਨ ਮੈਸੇਜ ਮੈਂ ਕਹਿੰਦਾ ਹੈਗਾ that ਸਾਡੀ ਪ੍ਰੋਡਕਸ਼ਨ ਸਾਡੇ ਸਾਰੇ ਇੰਗਰੀਡੀਐਂਟਸ ਕਿਹੜੇ ਹੈਗੇ ਕੈਨੇਡੀਅਨ ਹੈਗੇ ਆ ਕੈਨੇਡੀਅਨ ਮੇਡ ਹੈਗਾ ਬਾਈ ਕੈਨੇਡੀਅਨਸ ਸੋ ਮੈਂ ਆਪਣੇ ਲਿਸਨਰਸ ਨੂੰ ਸਾਰਿਆਂ ਨੂੰ ਕਹਿੰਦਾ ਹੈਗਾ that ਤੁਸੀਂ ਟਰਾਈ ਕਰੋ ਤੁਸੀਂ ਸਾਨੂੰ ਫੀਡਬੈਕ ਦਿਵੋ ਐਂਡ ਮੈਂ ਕੌਨਫੀਡੈਂਟ ਹੈਗਾ that ਤੁਸੀਂ ਇਹ ਆਈਟਮ ਨੂੰ ਇਸ ਆਟੇ ਨੂੰ ਇਸ ਪ੍ਰੋਡਕਟ ਨੂੰ ਤੁਸੀਂ ਬਹੁਤ ਅਪਰੀਸ਼ੀਏਟ ਕਰੋਗੇ ਇਹਨੂੰ ਬਹੁਤ ਲਵ ਕਰੋਗੇ ਐਂਡ ਤੁਸੀਂ ਆਪਣੀ ਕਿਹੜੀ ਤੰਦਰੁਸਤੀ ਹੈਗੀ ਆ ਉਹ ਤੇ ਖਿਆਲ ਰੱਖੋ ਐਂਡ ਇਹ ਕੈਨੇਡਾ ਕਿ ਤੁਸੀਂ ਇੱਥੇ ਆਏ ਹੈਗੇ ਆ into this country is a wonderful country ਇਹਦੇ ਬਹੁਤ opportunities ਹੈਗੀਆਂ ਐਂਡ ਇਹੀ ਮੈਂ ਕਹਿਣਾ ਹੈਗਾ ਬਾਕੀ ਉਹ ਤਾਂ ਮੈਂ ਤੁਸੀਂ already anybody ਕਹਿ ਦਿੱਤਾ ਹੈਗਾ ਮਿਲ ਸਟ੍ਰੀਮ ਆਟਾ ਖਾਓ ਸਿਹਤ ਬਣਾਓ ਹੀਰੋ ਆਟਾ ਖਾਓ ਸਿਹਤ ਬਣਾਓ ਕਦੋਂ ਭਲਵਾਨ ਹੈਗਾ ਸਾਡੇ ਬੈਗ ਤੇ ਇਹਦੇ ਤੁਸੀਂ ਵੀ ਬਣ ਸਕਦੇ ਆ ਬਿਲਕੁਲ ਮਿਸਟਰ ਗਿਲਨ ਇੰਨੀ ਸਾਰੀ ਨੌਲੇਜ ਦਿੱਤੀ ਹੈ ਕਿ ਆਟਾ ਕਿਵੇਂ ਬਣਦਾ ਹੈਗਾ ਆ ਕਿਉਂਕਿ ਅਸੀਂ ਤਾਂ ਸਿਰਫ ਬੈਗ ਚੱਕ ਕੇ ਲੈ ਕੇ ਆਈਦਾ ਆ ਬਣਾਈਦਾ ਤੇ ਖਾ ਲਈਦਾ ਹੈਗਾ ਆ ਪਰ ਕਿੰਨੀ ਮਿਹਨਤ ਪਿੱਛੇ ਲੱਗਦੀ ਹੈ ਕਿੰਨਾ ਸਟਾਫ ਲੱਗਿਆ ਹੁੰਦਾ ਪਿੱਛੇ ਕੀ ਕੁਝ ਰਿਸਰਚ ਹੁੰਦੀਆਂ ਉਹਦੇ ਪਿੱਛੇ ਸੋ ਉਹਦੇ ਸਾਰੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ ਨੈਕਸਟ ਟਾਈਮ ਮੇਬੀ ਅਸੀਂ ਤੁਹਾਡੇ ਨਾਲ ਫੇਰ ਗੱਲਬਾਤ ਕਰਾਂਗੇ ਇਹਦੇ ਬਾਰੇ ਕੀ ਕੁਝ ਹੋਰ ਆ ਰਿਹਾ ਹੈਗਾ ਮਿਲ ਸਟ੍ਰੀਮ ਦੇ ਵੱਲੋਂ ਪਰ ਟਿਲ ਦੈਨ ਥੈਂਕ ਯੂ ਸੋ ਮਚ ਐਂਡ ਸਟੇ ਸੇਫ ਥੈਂਕ ਯੂ ਯੂ ਟੂ ਸਟੇ ਸੇਫ ਬਿਲਕੁਲ ਅੱਜ ਗੱਲਬਾਤ ਹੋਈ ਹੈਗੀ ਹੈ ਮਿਸਟਰ ਗਿਲਨ ਮਿਸਟਰ ਜੈਕ ਗਿਲਨ ਦੇ ਨਾਲ ਮਿਲ ਸਟ੍ਰੀਮ ਆਟਾ ਤੋਂ ਹੁਣ ਮਿਲ ਸਟ੍ਰੀਮ ਆਟਾ ਦੇ ਇੰਨੇ ਸਾਰੇ ਅਸੀਂ ਗੁਣ ਤਾਂ ਗਿਣਾ ਦਿੱਤੇ ਹੈਗੇ ਆ ਪਰ ਉਹਦਾ ਪਤਾ ਸਾਨੂੰ ਤਾਂ ਲੱਗੂਗਾ ਜੇ ਅਸੀਂ ਬਾਜ਼ਾਰ ਜਾਵਾਂਗੇ ਮਾਰਕੀਟ ਜਾਵਾਂਗੇ ਖਰੀਦ ਕੇ ਲੈ ਕੇ ਆਵਾਂਗੇ ਉਹਨੂੰ ਬਣਾ ਕੇ ਦੇਖਾਂਗੇ ਤੇ ਫਿਰ ਖਾ ਕੇ ਦੇਖਾਂਗੇ ਕਿ ਇਹ ਸਾਨੂੰ ਸੱਚੀ ਮੁੱਚੀ ਤੰਦਰੁਸਤ ਰੱਖਦਾ ਕਿ ਨਹੀਂ ਰੱਖਦਾ ਸੋ ਜੇ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਖਾਣਾ ਚਾਹੀਦਾ ਸੋ ਗੋ ਗੈਟ ਮਿਲ ਸਟ੍ਰੀਮ ਆਟਾ ਤੇ ਖਾਓ ਤੇ ਸਿਹਤ ਬਣਾਓ ਤੇ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਫਿਰ ਵਾਪਸ ਆਵਾਂਗੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰੈਵਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ ਇਸ ਕਰਕੇ ਤੁਸੀਂ ਵੀ ਇਸ ਦੇ ਹਿੱਸੇਦਾਰ ਬਣੋ ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ